ਸਾਡੇ ਗਵਾਈਏ ਵੀਰ ਮੇਰਾ ਟੋਟਲ ਬਾਇਕਾਟ ਕਰ ਦਿੰਦੇ ਆ। बेगे इस बादलों तो भी पैसे ले ले, इस कैप्टनों तो भी पैसे ले ले, फिर थोड़ी शॉर्टी तो दे दो ना, कल तुसी नहीं बिकोगे। ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਹਾਲਾਂਕਿ ਅਜੇ ਤੱਕ ਵੀ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਵੀ ਸੁਣਵਾਈ ਨਹੀਂ ਲਈ ਗਈ ਹੈ ਅਤੇ ਇਸੇ ਕਰਕੇ ਹਰ ਰੋਜ਼ ਕੋਈ ਨਾ ਕੋਈ ਬਿਆਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦਾ ਹੋਇਆ ਦਿਖਾਈ ਦਿੰਦਾ ਹੈ। ਤੇ ਪਿਛਲੇ ਦਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜੋਰਾ ਨਾਂ ਦੇ ਨਾਲ ਜਾਣੇ ਜਾਣ ਵਾਲੇ ਦੀਪ ਸਿੱਧੂ ਨੇ ਲਾਈਵ ਹੋ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕਾਂ ਅਤੇ ਹੋਰ ਯੂਨੀਅਨਾਂ ਬਾਰੇ ਕਾਫੀ ਕੁਝ ਬੋਲਿਆ ਸੀ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਹੁਣ ਧਮਕੀਆਂ ਵੀ ਆਉਣ ਲੱਗ ਪਈਆਂ ਨੇ, ਜਿਸ ਤੋਂ ਕਿ ਬਾਅਦ ਹੁਣ ਮਸ਼ਹੂਰ ਪੰਜਾਬੀ ਸਿੰਗਰ ਜਸ ਬਾਜਵਾ ਨੇ ਇਸ ਉੱਤੇ ਆਪਣੀ ਚੁੱਪ ਤੋੜੀ। ਹਾਲ ਹੀ ਵਿੱਚ ਜਸ ਬਾਜਵਾ ਨੇ ਸ਼ੰਭੂ ਬੈਰੀਅਰ ਵਿਖੇ ਲਗਾਏ ਗਏ ਧਰਨੇ ਦੇ ਉੱਤੇ ਜਾ ਕੇ ਕਿਸਾਨਾਂ ਦੇ ਸਾਹਮਣੇ ਆਪਣੀ ਚੁੱਪ ਤੋੜੀ। ਕੀ ਕਹਿ ਰਹੇ ਹਨ ਜਸ ਬਾਜਵਾ ਦੀਪ ਸਿੱਧੂ ਨੂੰ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ। ਸਭ ਤੋਂ ਪਹਿਲਾਂ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਿੰਨੇ ਵੀ ਸੱਜਣ ਇੱਥੇ ਪਹੁੰਚੇ ਆ, ਜਿੰਨੇ ਵੀ ਬੁੱਧੀਜੀਵੀ ਸਾਡੇ ਬਜ਼ੁਰਗ ਜਿਨ੍ਹਾਂ ਨੇ ਇਹ ਲੜਾਈ ਬਹੁਤ ਲੰਬੇ ਅਰਸੇ ਤੋਂ ਆਰੰਭੀ ਹੋਈ ਹੈ, ਇੱਕ ਮਿੰਟ ਬਹਿ ਕੇ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੇਰਾ ਬਾਈ ਬਣ ਕੇ, ਕਿਉਂਕਿ ਸੌਰੀ ਨਾਰੇ ਲਾ ਲਾ ਕੇ ਮੇਰਾ ਗਲਾ ਬੈਠਾ ਪਿਆ। ਜੇ ਮੈਂ ਹੁਣ ਕੋਈ ਗੱਲ ਦਿਖਾਵੇ ਦੀ ਨਹੀਂ ਹੋਣੀ, ਤੁਸੀਂ ਸਾਰੇ ਵੀਰ ਜਾਣਦੇ ਹੋ ਸਾਡੀ ਸਾਰੀ ਇੰਡਸਟਰੀ ਰਾਤ ਵੀ, ਕੱਲ ਮੈਂ ਦਿਨੇ ਕਿਸੇ ਪਾਸੇ ਬਿਜੀ ਸੀ ਪਰ ਮੈਂ ਰਾਤ ਵੀ ਖਰੜ ਸਾਡਾ ਜਿਹੜਾ ਇਸੇ ਲਾਈਨ ਤੇ ਧਰਨਾ ਲੱਗਿਆ, ਸਾਰੀ ਰਾਤ ਉੱਥੇ ਡਿਊਟੀ ਨਿਭਾ ਕੇ ਆਇਆ। ਜੇ ਕ੍ਰੈਡਿਟ ਕੱਟਣਾ ਹੁੰਦਾ ਤਾਂ ਮੈਂ 4 ਮੀਡੀਆ ਵਾਲਿਆਂ ਨੂੰ ਲੈ ਜਾਂਦਾ ਨਾਲ ਵੀ, ਚਲੋ ਉੱਥੇ ਦੇਖੋ ਰਾਤ ਸਾਰੀ ਰਾਤ ਪਿਆ ਰਿਹਾ, ਪਰ ਸਾਡੀ ਪੰਜਾਬ ਲਈ ਉਹ ਕਦੇ ਵੀ ਸੋਚ ਨਹੀਂ। ਨਾ ਸਾਨੂੰ ਕੋਈ ਕ੍ਰੀਏਟੀਬਿਲਿਟੀ ਦੀ ਭੁੱਖ ਹੈ, ਨਾ ਸਾਨੂੰ ਕੋਈ ਚੌਧਰ ਦੀ ਭੁੱਖ ਹੈ। ਅਸੀਂ ਪਹਿਲੇ ਦਿਨ ਘਰੋਂ ਨਿਕਲੇ ਸੀ, ਜਿੱਥੇ ਤੁਸੀਂ ਬਾਈ ਜੀ ਖੜੇ ਹੋ ਉਹਨਾਂ ਧਰਨਿਆਂ 'ਚ ਪਿੱਛੇ ਜਾ ਕੇ ਬਹਿ ਗਏ ਸੀ, ਕਿਉਂਕਿ ਆਪਣੇ ਖੇਤਾਂ ਕਰਕੇ ਨਿਕਲੇ ਸੀ, ਆਪਣੇ ਨਿੱਜੀ ਫਰਜ਼ ਨੂੰ ਸਮਝਦੇ ਹੋਏ ਨਿਕਲੇ ਸੀ। ਚਲੋ ਮੁੜ ਕੇ ਛੋਟਿਆਂ ਇਕੱਠਾਂ 'ਚ ਵੀ ਗਏ ਆ, ਵੱਡਿਆਂ ਇਕੱਠਾਂ 'ਚ ਵੀ ਗਏ ਆ, ਪਰ ਫੋਕਸ ਨਹੀਂ ਕਦੇ ਵੀ ਹਿੱਲਿਆ। ਇਹ ਲਹਿਰ ਹੈ ਵੱਡੀ ਹੁੰਦੀ ਗਈ, ਨੌਜਵਾਨੀ ਪੂਰੇ ਗਰਮਜੋਸ਼ੀ ਨਾਲ ਸੜਕਾਂ ਤੇ ਆਉਂਦੀ ਗਈ ਤੇ ਸਾਡੀ ਜਿਹੜੀ ਲਹਿਰ ਹੈ ਪੂਰੀ ਪੀਕ ਤੇ ਜਿਹਨੂੰ ਕਹਿੰਦੇ ਆ ਉਹ ਚਲੀ ਗਈ। ਸਲਾਹਾਂ ਹੋਈਆਂ ਜਿਵੇਂ ਜਿਹਨੇ ਕਿਹਾ ਉਹਦੇ ਨਾਲ ਉਵੇਂ ਚੱਲੇ, ਪਰ ਹਮੇਸ਼ਾ ਇੱਕੋ ਹੀ ਗੱਲ ਕੀਤੀ ਹੈ ਇਹਨਾਂ ਮੰਚਾਂ ਤੋਂ ਵੀ ਜਾਂ ਮੀਡੀਆ ਮੂਹਰੇ ਵੀ, ਜੇ ਪਹਿਲਾ ਕੋਈ ਮੁੱਦਾ ਹੈ ਜਿਹਦੇ ਕਰਕੇ ਅੱਜ ਇਹ ਲਹਿਰ ਖੜੀ ਹੋਈ ਹੈ, ਇਹ ਮੇਰੇ ਭਰਾ ਨੌਜਵਾਨ ਵੀਰ ਘਰੋਂ ਨਿਕਲੇ ਨੇ, ਕਿਹਦੇ ਕਰਕੇ ਨਿਕਲੇ ਨੇ ਦੱਸੋ? ਅੱਜ ਆਪਾਂ ਇਕੱਠੇ ਕਿਹਦੇ ਕਰਕੇ ਹੋਏ ਹਾਂ? ਕੋਈ ਤੁਸੀਂ, ਤੁਹਾਨੂੰ ਮੈਂ ਸਵਾਲ ਕਰਦਾ ਵੀ ਇੱਥੇ ਆਏ ਕਿਹਦੇ ਕਰਕੇ? ਆਪਾਂ ਖੇਤਾਂ ਕਰਕੇ ਆਏ। ਅੱਜ ਕੋਈ ਹੋਰ ਮੁੱਦਾ ਤਾਂ ਨਹੀਂ। ਠੀਕ ਹੈ, ਬੜੇ ਬੁੱਧੀਜੀਵੀਆਂ ਨੇ, ਬੜੇ ਸਾਡੇ ਸਮਾਜ ਸੇਵੀ, ਵਕੀਲ, ਐਕਟਰ ਭਰਾ ਬੜੇ ਮੁੱਦੇ ਤੁਹਾਡੇ ਸਾਹਮਣੇ ਰੱਖੇ, ਚਲੋ ਸਾਨੂੰ ਹੋਰ ਵੀ ਗੱਲਾਂ ਦਾ ਪਤਾ ਲੱਗਿਆ, ਪਰ ਅੱਜ ਸਾਡੇ ਮੁੱਦੇ ਉਹ ਨਹੀਂ ਹੈਗੇ। ਅੱਜ ਜੇ ਸਾਡਾ ਮੁੱਦਾ ਤਾਂ ਸਾਡਾ ਇੱਕੋ ਇੱਕ ਮੁੱਦਾ ਵੀ ਅਸੀਂ ਇਹਨਾਂ ਬਿੱਲਾਂ ਨੂੰ ਰੱਦ ਕਰਾਉਣਾ, ਹੋਰ ਸਾਨੂੰ ਇਹ ਤੋਂ ਬਿਨਾਂ ਹੋਰ ਕੁਝ ਨਹੀਂ ਦਿੰਦਾ ਹੈਗਾ। ਪਰ ਅੱਜ ਕੀ ਹੋਇਆ? ਅੱਜ ਸਾਡੀ ਕਿਤੇ ਨਾ ਕਿਤੇ ਜਾ ਕੇ ਵਿਚਾਰਧਾਰਾ ਜਿਹੜੀ ਉਹ ਅਲੱਗ-ਅਲੱਗ ਹੋ ਗਈ। ਮੈਂ ਜੇ ਕੋਈ ਮੇਰਾ ਮੀਡੀਆ ਵਾਲਾ ਭਰਾ ਇੱਥੇ ਪਹੁੰਚਿਆ, ਉਹਦੇ ਚਰਨਾਂ 'ਚ ਮੈਂ ਉਚੇਚੇ ਤੌਰ ਤੇ ਬੇਨਤੀ ਕਰਦਾ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਦਿੱਤਾ ਇਸ ਲਹਿਰ ਨੂੰ ਉੱਤੇ ਤੱਕ ਲੈ ਕੇ ਆਉਣ ਲਈ, ਨੌਜਵਾਨੀ ਨੂੰ ਘਰੋਂ ਬਾਹਰ ਕੱਢਣ ਲਈ। ਸੋ ਅੱਜ ਜੇ ਕੋਈ ਮਾੜਾ ਮੋਟਾ ਵਿਚਾਰਕ ਮਤਭੇਦ ਕਿਸੇ ਦਾ ਹੁੰਦਾ ਫਿਰ ਆਪਾਂ ਗੱਲ ਉੱਥੇ ਆ ਜਾਂਦੀ ਆ, ਕਹਿ ਦਿੰਦੇ ਆ ਵੀ ਮੰਜ਼ਿਲ ਇੱਕ ਹੈ ਪਰ ਸਾਡੇ ਵਿਚਾਰਕ ਮਤਭੇਦ ਨੇ। ਫਿਰ ਐ ਤਾਂ ਇਹ ਹੋਊਗਾ ਕੱਲ ਨੂੰ ਕੋਈ ਆਪਣਾ ਉੱਥੇ ਧਰਨਾ ਲਾ ਲੂਗਾ, ਕੋਈ ਆਪਣਾ ਉੱਥੇ ਲਾ ਲੂਗਾ, ਫਿਰ ਮੰਜ਼ਿਲ ਤੱਕ ਤਾਂ ਪਹੁੰਚ ਨਹੀਂ ਹੋਣਾ ਨਾ। ਟੀਚਾ ਆਪਾਂ ਕਹਿੰਦੇ ਆ ਵੀ ਸਾਡਾ ਇੱਕ ਹੈ, ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਆਪਾਂ ਫਿਰ ਉਹਦੇ 'ਚ ਕਾਮਯਾਬੀ ਹਾਸਲ ਨਹੀਂ ਹੋਊਗੀ। ਜੇ ਪਹਿਲੇ ਦਿਨ ਤੋਂ ਇੱਕ ਹੀ ਆਵਾਜ਼ ਦਿੰਦੇ ਆਉਣੇ ਆ ਵੀ ਇੱਕ ਹੋ ਕੇ ਚੱਲੀਏ, ਇੱਕ ਹੋ ਕੇ ਚੱਲੀਏ, ਕੋਈ ਬੰਦ ਕਮਰਿਆਂ 'ਚ ਮੀਟਿੰਗਾਂ ਨਹੀਂ ਹੋਈਆਂ, ਪਹਿਲੇ ਦਿਨਾਂ ਤੋਂ ਧਰਨਿਆਂ ਤੇ ਨਿਕਲੇ, ਉਦੋਂ ਬਾਅਦ 'ਚ ਸਾਰੀ ਇੰਡਸਟਰੀ, ਸਾਰੇ ਭਰਾ, ਬਾਈ ਕਨਵਰ, ਹਰਫ ਮਹਿਤਾਬ, ਸਾਰੇ ਬਾਈ ਹਰਜੋਤ, ਕੱਲਾ ਬੰਦਾ ਆਪਦਾ ਨਿੱਜੀ ਫਰਜ਼ ਸਮਝਦਾ ਹੋਇਆ ਆਪਦੇ ਖੇਤਾਂ ਲਈ, ਪੰਜਾਬ ਲਈ, ਪੰਜਾਬੀਅਤ ਲਈ, ਆਪਣੀਆਂ ਨਸਲਾਂ ਲਈ, ਮੈਂ ਕਹਿੰਦਾ ਦਿਨ ਪਰ ਰਾਤ ਸਾਰਿਆਂ ਨੇ ਇੱਕ ਕੀਤੀ ਪਈ ਆ। ਸਾਰੇ ਜਣੇ ਕਦੇ ਕਿਸੇ ਧਰਨੇ ਤੇ, ਅੱਜ ਅਸੀਂ ਪਹਿਲਾਂ ਰੋਪੜ ਸੀਗੇ, ਉਦੋਂ ਬਾਅਦ 'ਚ ਨਵੇਂ ਸ਼ਹਿਰ ਗਏ ਆ, ਉਦੋਂ ਬਾਅਦ 'ਚ ਇੱਥੇ ਆਏ ਆ। ਇੱਥੇ ਲੇਟ ਤਾਂ ਹੋ ਗਏ ਕਿਉਂਕਿ ਸਾਡੇ ਹੋਰ ਭਰਾ ਪਹੁੰਚੇ ਹੋਏ ਸੀ, ਸਾਨੂੰ ਐ ਨਹੀਂ ਸੀ ਵੀ ਸਾਡਾ ਉੱਥੇ ਜਾਣਾ ਜ਼ਰੂਰੀ ਆ। ਕਿਉਂ? ਅਸੀਂ ਕਿਹੜਾ ਭਾਸ਼ਣ ਕਰਕੇ ਆਪਦੇ ਆਪ ਨੂੰ ਕ੍ਰੈਡਿਟ ਦੇਣਾ ਵੀ ਹਾਂਜੀ ਉੱਥੇ ਮੀਡੀਆ ਆ, ਅਸੀਂ ਉਹਨਾਂ ਦੇ ਸਾਹਮਣੇ ਬੋਲਣਾ। ਤੁਸੀਂ 4 ਹੋ, ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ, ਤਾਂ ਵੀ ਬੋਲਾਂਗੇ, 1000 ਹੋ ਤਾਂ ਵੀ ਤੁਹਾਡੇ ਨਾਲ ਖੜਾਂਗੇ, ਪਰ ਗੱਲ ਵਾਰ-ਵਾਰ ਉਹੀ ਹੈ ਕਿ ਮੁੱਦਾ ਅੱਜ ਕਿਸਾਨੀ ਹੋਣਾ
ਚਾਹੀਦਾ। 2022 ਹਲੇ ਦੂਰ ਹੈ, ਤੁਸੀਂ ਮੁੱਦੇ ਚੱਕਣੇ ਨੇ। ਮੈਨੂੰ ਪਤਾ ਬਹੁਤੇ ਵੀਰਾਂ ਦੇ ਦਿਲ 'ਚ ਪੰਜਾਬ ਲਈ ਬਹੁਤ ਦਰਦ ਹੈ, ਅਸੀਂ ਸਾਥ ਦੇਵਾਂਗੇ ਉਹਨਾਂ ਦਾ, ਪਰ ਇਹ ਰਾਈਟ ਟਾਈਮ ਨਹੀਂ ਹੈਗਾ। ਸਿਆਣੇ ਕਹਿੰਦੇ ਨੇ ਵੀ ਸਹੀ ਟਾਈਮ ਤੇ ਸਹੀ ਗੱਲ ਕਰਨੀ ਹੋਈ, ਸਹੀ ਟਾਈਮ ਤੇ ਸਹੀ ਗੱਲ ਕੀਤੀ ਹੋਈ ਕਾਮਯਾਬ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਜਿਹੜਾ ਅੱਜ ਟਾਈਮ ਹੈ ਉਹ ਇੱਕ ਹੋ ਕੇ ਇਹਨਾਂ ਬਿੱਲਾਂ ਨੂੰ ਰੱਦ ਕਰਾਉਣ ਦਾ ਟਾਈਮ ਹੈ, ਨਾ ਕਿ ਆਪਦੇ ਮੋਰਚੇ ਆਪਦੇ ਧਰਨੇ ਵੱਖ ਲਾਉਣ ਦਾ ਟਾਈਮ ਹੈ। ਤੇ ਦੂਜੀ ਗੱਲ ਇਹ ਹੈ ਕਿ ਜਦੋਂ ਸਾਡੀ ਇੱਕ ਸਾਡਾ ਸਾਰਾ ਭਾਈਚਾਰਾ, ਜਿਹਨੂੰ ਅਸੀਂ ਕਲਾਕਾਰ ਭਾਈਚਾਰਾ ਕਹਿੰਦੇ ਆ, ਜਦੋਂ ਅਸੀਂ ਜਾ ਕੇ 31 ਜਥੇਬੰਦੀਆਂ ਨੂੰ, ਪਰ ਇੱਕ ਇੱਥੇ ਮੈਂ ਥੋੜੀ ਜਿਹੀ ਜਥੇਬੰਦੀਆਂ ਵਾਲੇ ਮੇਰੇ ਭਰਾ ਬੈਠੇ ਨੇ ਸਾਰੇ, ਪਹਿਲਾਂ ਮੈਨੂੰ ਜਾਣਕਾਰੀ ਨਹੀਂ ਸੀ ਇਸ ਗੱਲ ਦੀ, ਇੱਕ ਮੈਂ ਗੱਲ ਕਲੀਅਰ ਕਰ ਦਿੰਦਾ। ਜਿਸ ਦਿਨ ਅਸੀਂ ਚੰਡੀਗੜ੍ਹ ਗਏ ਆ, ਪਹਿਲਾਂ ਮੈਨੂੰ ਲੱਗਦਾ ਸੀ ਵੀ ਜਿੰਨੀਆਂ ਪੰਜਾਬ 'ਚ ਪਾਰਟੀਆਂ ਨੇ ਉਨੀਆਂ ਹੀ ਜਥੇਬੰਦੀਆਂ ਹੋਣਗੀਆਂ, ਇੱਕ ਅਕਾਲੀਆਂ ਦੀ ਹੋਊਗੀ, ਇੱਕ ਕਾਂਗਰਸੀਆਂ ਦੀ ਹੋਊਗੀ, ਆਪ ਵਾਲੇ ਨਵੇਂ ਆਏ ਨੇ ਤੇ ਇੱਕ ਉਹਨਾਂ ਦੀ ਹੋਊਗੀ। ਪਰ ਜਦੋਂ ਮੈਂ ਉੱਥੇ ਜਾ ਕੇ ਸਿਸਟਮ ਦੇਖਿਆ ਤੇ ਜਥੇਬੰਦੀਆਂ ਨਿਕਲੀਆਂ 31 ਤੇ ਪੰਜਾਬ 'ਚ ਜ਼ਿਲ੍ਹੇ ਨੇ 22। ਕਿਹਨਾਂ ਤਾਂ ਮੈਨੂੰ ਵੀ ਹੋਇਆ ਵੀ ਯਾਰ ਵਿਚਾਰਾਂ ਦੀ ਇੰਨੀ ਮਤਭੇਦ ਵੀ 31 ਜਥੇਬੰਦੀਆਂ। ਚਲੋ ਅਸੀਂ ਫਿਰ ਵੀ ਸੋਚਿਆ ਵੀ ਅੱਜ ਸਾਡਾ ਮੁੱਦਾ ਇਹ ਨਹੀਂ ਹੈਗਾ 31 ਨੇ 32 ਨੇ 35 ਨੇ। ਜਦੋਂ ਉਹਨਾਂ ਨੇ ਏਕੇ ਦਾ ਸੰਕੇਤ ਦਿੱਤਾ ਵੀ ਅਸੀਂ 31 ਆ ਜਾਂ 41 ਆ, ਪਰ ਅਸੀਂ ਆਪਣੇ ਖੇਤਾਂ ਲਈ ਅੱਜ ਇੱਕ ਆ, ਵਾਰ-ਵਾਰ ਮੈਂ ਫੇਰ ਹੀ ਗੱਲ ਕਹਿੰਦੇ ਆ ਵੀ ਏਕੇ ਦਾ ਸੰਕੇਤ ਲੈ ਕੇ ਚੱਲੇ ਆ। ਜਦੋਂ ਉਹਨਾਂ ਨੇ ਪਹਿਲ ਕਰਤੀ ਵੀ ਅਸੀਂ ਇੱਕ ਆ, ਤਾਂ ਸਾਡੀ ਇੰਡਸਟਰੀ ਨੇ ਇਹ ਪਹਿਲ ਕਰਤੀ ਜੇ ਤੁਸੀਂ ਇੱਕੋ ਤਾਂ ਅਸੀਂ ਤੁਹਾਡੇ ਨਾਲ ਆ ਤੇ ਅਸੀਂ ਵੀ ਤੁਹਾਡੇ ਨਾਲ ਹੋ ਕੇ ਚੱਲਾਂਗੇ। ਸਾਡੇ ਬਜ਼ੁਰਗ 40-40 ਸਾਲ ਤੋਂ ਇਹਨਾਂ ਸੰਘਰਸ਼ਾਂ 'ਚ ਡਾਂਗਾਂ ਖਾਂਦੇ ਨੇ, ਉਹਨਾਂ ਕੋਲ ਤਜਰਬਾ ਹੈ। ਸਾਡੇ ਬਾਪੂ ਉਹਨਾਂ ਕੋਲ ਤਜਰਬਾ, ਇਹਨਾਂ ਨੂੰ ਪਤਾ ਕਦੋਂ ਸਰਕਾਰਾਂ ਤੇ ਕਿਵੇਂ ਪ੍ਰੈਸ਼ਰ ਪਾਉਣਾ ਹੈ। ਜੇ ਮੈਂ ਕਹਾਂ ਵੀ ਮੈਂ ਕੱਲ ਉੱਠ ਕੇ ਆ ਕੇ ਤੁਹਾਡੇ ਮਸਲੇ ਮੈਂ ਹੱਲ ਕਰਾ ਦੂੰਗਾ, ਮੇਰਾ ਮੁੱਦਾ ਕੱਲਾ MSP ਤੱਕ ਦਾ ਨਹੀਂ ਹੈਗਾ, ਮੈਂ ਹੋਰ ਤੁਹਾਨੂੰ ਪੰਜਾਬ ਦੀ ਇਕਨੋਮੀ ਅਪ ਕਰਨੀ ਆ, ਮੈਂ ਪੰਜਾਬ ਦੇ ਪਾਣੀ ਲੈ ਕੇ ਦੇਣੇ ਨੇ, ਮੈਂ ਪੰਜਾਬ ਦੀ ਬੋਲੀ ਦਾ ਹੱਲ ਕਰਨਾ, ਤਾਂ ਗਲਤ ਹੈਗਾ। ਤੁਸੀਂ ਕਿਤੇ ਨਾ ਕਿਤੇ ਸਾਨੂੰ ਸਾਡੇ ਮੁੱਦਿਆਂ ਤੋਂ ਭਟਕਾ ਰਹੇ ਹੋ। ਅੱਜ ਫਾਰ ਐਗਜ਼ਾਮਪਲ 500 ਬੰਦਾ, ਕੋਈ ਰਵਾਇਤੀ ਪਾਰਟੀਆਂ ਤੋਂ ਅੱਕਿਆ ਹੋਇਆ ਹੈ, ਕਿਸੇ ਦਾ ਧਰਮ ਦਾ ਮੁੱਦਾ ਹੈ, ਕਿਸੇ ਦਾ ਹੋਰ ਮੁੱਦਾ ਹੈ, ਫਿਰ ਸਾਡੇ ਮੋਰਚੇ ਨੂੰ ਤਾਂ ਸੰਨ ਲੱਗ ਗਿਆ ਨਾ। ਅੱਜ ਜਿਹੜਾ ਕਿਸਾਨੀ ਦਾ ਮੁੱਦਾ ਹੈ ਉਦੋਂ ਤੇ ਅਸੀਂ ਭਟਕ ਗਏ, 100 ਬੰਦਾ ਉੱਧਰ ਜਾਂਦਾ, 50 ਬੰਦੇ ਉੱਧਰ ਜਾਂਦੇ ਨੇ, ਤੇ ਸਾਡੇ ਵਾਲੇ ਮੋਰਚੇ 'ਚ ਕਿੰਨੇ ਬੰਦੇ ਰਹਿ ਗਏ? 150। ਬਲਕਿ ਜੇ ਅੱਜ ਪੰਜਾਬ 'ਚ ਏਕਾ ਹੋਇਆ, ਉਹ ਹੋਇਆ ਸਿਰਫ ਖੇਤੀ ਵਾਲੇ ਮੁੱਦੇ ਕਰਕੇ, ਤਾਂ ਪਹਿਲਾ ਹੱਲ ਸਾਨੂੰ ਖੇਤੀ ਵਾਲੇ ਮੁੱਦੇ ਦਾ ਕਰਨਾ ਪੈਣਾ। ਬਾਕੀ ਤੁਹਾਡੇ ਦਿਲ 'ਚ ਪੰਜਾਬ ਲਈ ਬਹੁਤ ਪਿਆਰ ਹੈ, ਅਸੀਂ ਸਤਿਕਾਰ ਕਰਦੇ ਹਾਂ, ਵਾਰ-ਵਾਰ ਇਹ ਗੱਲ ਕਹਿੰਦੇ ਆ ਕਿ ਤੁਹਾਡੇ ਦਿਲ 'ਚ ਪੰਜਾਬ ਲਈ ਪਿਆਰ ਹੈ, ਉਹ ਸਾਰਿਆਂ ਨੂੰ ਦੇਖੀ ਜਾਣਾ, ਕਦੇ ਕੁਝ ਲੁਕਿਆ ਨਹੀਂ ਰਹਿ ਜਾਂਦਾ। ਸਿਆਣੇ ਕਹਿੰਦੇ ਉਹਨਾਂ ਨੇ ਓਨੀ ਗੱਲ ਕਰੋ ਜਿਹਦੇ ਲਈ ਤੁਸੀਂ ਜਵਾਬਦੇਹ ਹੋਵੋ। ਇਹ ਨੌਜਵਾਨੀ ਹੈ ਨਾ ਜਿਹੜੀ ਇਹ ਜਾਗ ਗਈ, ਇਹਨਾਂ ਕੋਲ ਫੋਨਾਂ 'ਚ ਕਲਿੱਪਾਂ ਰਹਿ ਜਾਂਦੀਆਂ ਨੇ। ਅੱਜ ਤੁਸੀਂ ਜਿੰਨੇ ਵਾਅਦੇ ਲੋਕਾਂ ਨਾਲ ਕਰਦੇ ਹੋ, ਕੱਲ ਨੂੰ ਤੁਸੀਂ ਉਹਨਾਂ ਲਈ ਜਵਾਬਦੇਹ ਹੋਣਾ ਪੈਣਾ ਤੁਹਾਨੂੰ। ਅੱਜ ਤੁਸੀਂ, ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਵਾਅਦੇ ਹੀ ਕਰਦੇ ਹੋ ਵੀ ਇਦਾਂ ਹੋ ਜਾਊਗਾ ਉਦਾਂ ਹੋ ਜਾਊਗਾ, ਪਰ ਸਾਡਾ ਪਹਿਲਾ ਮੁੱਦਾ ਕਿੱਥੇ ਆ ਜਿੱਥੇ ਅਸੀਂ ਏਕਾ ਕੀਤਾ? ਜਿਹੜੇ ਮੁੱਦੇ ਕਰਕੇ ਅਸੀਂ ਇੱਕ ਹੋਏ ਆ ਉਹ ਮੁੱਦਾ ਕਿੱਥੇ ਆ? ਅੱਜ ਤਾਂ ਮੁੱਦੇ 35 ਖੜੇ ਕਰਤੇ ਤੁਸੀਂ। ਜਦੋਂ ਤੁਸੀਂ ਇਹ ਗੱਲ ਕਹਿਤੀ ਸਾਨੂੰ ਚੰਡੀਗੜ੍ਹ 'ਚ ਵੀ 31 ਜਥੇਬੰਦੀਆਂ ਨੇ ਅਸੀਂ ਸਮਰਥਨ ਦਿੰਦੇ ਆ, ਤੁਸੀਂ ਗੱਭੇ ਬਹਿ ਕੇ ਸਾਡੇ ਵੀਰ ਨੇ, ਅਸੀਂ ਉਹਨੂੰ ਅੱਗੇ ਲਾ ਕੇ ਤੋਰਿਆ ਵੀ ਤੂੰ ਯਾਰ ਭਰਾ ਪੜ੍ਹਿਆ ਲਿਖਿਆ, ਅਸੀਂ ਤੈਨੂੰ ਆਪ ਦਾ ਲੀਡਰ ਮੰਨਦੇ ਆ। ਜਦੋਂ ਤੂੰ ਗੱਭੇ ਬਹਿ ਕੇ ਇਹ ਗੱਲ ਕਹਿਤੀ, ਤੇਰੇ ਸ਼ਬਦ ਵੀ ਇਹ ਸੀ ਕਿ ਸਾਡੇ 'ਚ ਇਹ ਸਮਝੌਤਾ ਹੋਇਆ 31 ਜਥੇਬੰਦੀਆਂ ਆਰਟ ਨਾਲ ਰਿਲੇਟਡ ਜਿੰਨੇ ਭਰਾ ਨੇ ਅਸੀਂ ਇੱਕ ਹੋ ਕੇ ਚੱਲਾਂਗੇ, ਇਹ ਲੜਾਈ ਲੰਬੀ ਹੈ। ਫਿਰ ਤੁਸੀਂ 3 ਦਿਨਾਂ ਬਾਅਦ ਇਹ ਕਿਵੇਂ ਕਹਿ ਸਕਦੇ ਹੋ ਵੀ ਮੈਨੂੰ ਜਥੇਬੰਦੀਆਂ ਤੇ ਯਕੀਨ ਨਹੀਂ, ਇਹ ਜਥੇਬੰਦੀਆਂ ਬਕਾਊ ਨੇ? ਸਾਰੇ ਬੰਦਿਆਂ ਨੂੰ ਤੁਸੀਂ ਇੱਕ ਰੱਸੇ ਨਾਲ ਕਿਵੇਂ ਬੰਨੋਗੇ ਦੱਸੋ? ਕੋਈ ਸਵਾਲ ਦਾ ਜਵਾਬ ਤਾਂ ਦਿਓ ਨਾ। ਇਹ ਬਜ਼ੁਰਗ ਸਾਡੇ 40-40 ਸਾਲਾਂ ਦੇ ਸੰਘਰਸ਼ ਕਰਦੇ ਨੇ, ਤੁਸੀਂ 1 ਮਿੰਟ ਨਹੀਂ ਲਾਇਆ ਇਹਨਾਂ ਨੂੰ ਬਕਾਊ ਕਹਿਣ ਵਾਸਤੇ। ਮੇਰੇ ਕੋਲ ਕਿੰਨੇ ਬਜ਼ੁਰਗ ਨੇ, ਮੈਂ ਰਾਤ ਵੀ ਖਰੜ ਬੈਠਾ ਸੀ, ਉਹ ਕਹਿੰਦੇ ਬਾਈ ਜੀ 15 ਸਾਲ ਪਹਿਲਾਂ ਦੀ ਗੱਲ ਆ, ਸਾਡੇ ਇੱਥੇ ਮਿੱਲ ਦੇ ਪੈਸੇ ਰੋਕ ਲਏ, ਗੰਨੇ ਵਾਲੀ ਮਿੱਲ ਦੇ। ਲੱਖੋਵਾਲ ਜਥੇਬੰਦੀ ਉੱਥੇ ਆ ਗਈ, ਉਹ ਕਹਿੰਦੇ ਵੀ ਅਸੀਂ ਇਹ ਧਰਨਾ ਉਦੋਂ ਚੱਕਾਂਗੇ ਜਦੋਂ ਪੰਜਾਬ ਦਾ CM ਸਾਡੇ ਕੋਲ ਆਊਗਾ ਤੇ ਕੱਲੇ-ਕੱਲੇ ਜ਼ਿਮੀਂਦਾਰ ਦੇ ਪੈਸੇ ਦੇਊਗਾ। ਜੇ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਨਾ ਹੁੰਦੀਆਂ, ਇਹ ਜਿਹੜਾ ਪ੍ਰਾਈਵੇਟ ਕਰਨ ਦਾ ਅਸੀਂ ਅੱਜ ਰੌਲਾ ਪਾ ਰਹੇ ਹਾਂ, ਇਹ ਬਹੁਤ ਚਿਰ ਪਹਿਲਾਂ ਦਾ ਹੋ ਜਾਂਦਾ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ। ਚਲੋ ਠੀਕ ਆ, ਮੰਨ ਲਿਆ ਕਿਸਾਨ ਜਥੇਬੰਦੀਆਂ ਤੇ ਸਵਾਲ ਚੱਕੇ ਜਾਂਦੇ ਨੇ, ਜਿੱਥੇ ਅੱਗ ਮੱਚਦੀ ਹੈ ਧੂਆਂ ਉੱਥੇ ਹੀ ਉੱਡਦਾ। ਮੈਂ ਮੰਨ ਗਿਆ ਵੀ ਦੋਵਾਂ ਦਾ ਚਾਰਾਂ ਦਾ ਰੈਕਡ ਖਰਾਬ ਵੀ ਹੋਊਗਾ, ਪਰ ਤੁਸੀਂ ਯਾਰ ਕਿਵੇਂ ਕਹਿ ਸਕਦੇ ਹੋ ਤੇ ਤੁਸੀਂ ਇੰਨੇ ਸੱਚੇ ਕਿਵੇਂ ਬਣ ਸਕਦੇ ਹੋ ਵੀ ਤੁਸੀਂ ਸਾਰੇ ਜਥੇਬੰਦੀਆਂ ਨੂੰ ਕਹਿਤਾ ਤੁਸੀਂ ਬਕਾਊ ਹੋ? ਫਿਰ ਕੱਲ ਨੂੰ ਅਸੀਂ ਤੁਹਾਡਾ ਕੀ ਯਕੀਨ ਕਰ ਲਾਂਗੇ? ਤੁਸੀਂ ਆਪ ਦਾ ਕੀ ਸਬੂਤ ਦੋਗੇ ਵੀ ਤੁਸੀਂ ਨਹੀਂ ਵਿਕਦੇ? ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਬੰਦ ਕਮਰਿਆਂ 'ਚ ਮੀਟਿੰਗਾਂ ਨਹੀਂ ਹੋਣਗੀਆਂ। ਤੁਹਾਡੇ ਦਿਲ 'ਚ ਜੇ ਕੋਈ
ਵਿਚਾਰ ਵਟਾਂਦਰਾ ਸੀ, ਤੁਹਾਡੇ ਦਿਲ 'ਚ ਜੇ ਕੋਈ ਵੈਰ ਵਿਰੋਧਤਾ ਸੀ, ਤੁਸੀਂ ਕੋਈ ਗੱਲਬਾਤ ਕਰਦੇ ਨਾ। ਤੁਸੀਂ ਬਾਰ-ਬਾਰ ਸਟੇਜਾਂ ਤੋਂ ਇਹ ਕਹਿੰਦੇ ਹੋ ਬਾਈ ਜੀ ਸਿਰ ਜੋੜ ਕੇ ਸੰਵਾਦ ਕਰੋ, ਸੰਵਾਦ ਕਰੋ। ਜਦੋਂ ਤੁਹਾਡੀ ਸੰਵਾਦ ਕਰਨ ਦੀ ਵਾਰੀ ਆਈ, ਤੁਸੀਂ ਕਿਉਂ ਨਹੀਂ ਸੰਵਾਦ ਕੀਤਾ? 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਜਦੋਂ ਅਸੀਂ ਪ੍ਰੋਪਰ ਤੌਰ ਤੇ ਆਪਣਾ ਸਮਰਥਨ ਜਥੇਬੰਦੀਆਂ ਨੂੰ ਦੇਤਾ, ਫਿਰ ਯਾਰ ਕਿਵੇਂ ਜ਼ਬਾਨ ਕਰਕੇ ਮੁੱਕਰ ਜੀ ਦੱਸੋ? ਕੋਈ 7 ਤਰੀਕ 'ਚ ਗੋਡੇ ਰਹਿ ਗਏ ਸੀ, 3 ਦਿਨ ਨੇ ਟੋਟਲ, 3 ਦਿਨ ਨੇ ਟੋਟਲ। ਤੁਹਾਡੀ ਕੋਈ ਦਿਲ 'ਚ ਗੱਲਬਾਤ ਸੀ, ਤੁਸੀਂ ਬਹਿ ਜਾਂਦੇ, ਤੁਸੀਂ ਇਹਨਾਂ ਨੂੰ ਦੱਸਦੇ ਵੀ ਭਾਈ ਜੀ ਸਾਡੀ ਇੱਥੇ ਵਿਚਾਰਧਾਰਾ ਤੁਹਾਡੇ ਨਾਲ ਨਹੀਂ ਮਿਲਦੀ, ਅਸੀਂ ਮੂਹਰੇ ਹੋ ਕੇ ਹੱਲ ਕਰਾਉਂਦੇ। ਅੱਜ ਤੁਸੀਂ ਜਥੇਬੰਦੀਆਂ ਨੂੰ ਕਹਿਤਾ ਵੀ ਇਹ ਬਕਾਊ ਹੋ ਜਾਂਦੀਆਂ ਨੇ। ਜਥੇਬੰਦੀਆਂ ਨੇ ਤੁਹਾਨੂੰ ਇਹ ਗੱਲ ਕਹੀ ਹੈ ਕਿ ਕੱਲੀਆਂ ਜਥੇਬੰਦੀਆਂ ਨਹੀਂ ਚੱਲਣਗੀਆਂ, 7 ਮੈਂਬਰ ਤੁਹਾਡੇ, 7 ਮੈਂਬਰ ਸਾਡੇ। ਫਿਰ ਤਾਂ ਤੁਸੀਂ ਸਿੱਧੇ ਤੌਰ ਤੇ ਇਹ ਵੀ ਕਹਿ ਰਹੇ ਹੋ ਵੀ ਜਿਹੜੇ 7 ਕਲਾਕਾਰ ਜਾਣਗੇ ਉਹ ਵੀ ਨਾਲ ਬਕਾਊ ਨੇ। ਸੱਚੀ ਹੋ ਗਈ ਫਿਰ, ਅਸੀਂ ਤਾਂ ਸਾਰੇ ਬਕਾਊ ਆ ਜੀ, ਸਾਰਾ ਪੰਜਾਬ ਬਕਾਊ ਹੈ। 40-40 ਸਾਲ ਦੇ ਇਹ ਲੋਕ ਸੰਘਰਸ਼ ਕਰ ਰਹੇ ਨੇ, ਤੁਸੀਂ 1 ਮਹੀਨਾ ਪਹਿਲਾਂ ਆ ਕੇ ਤੁਸੀਂ ਕਹਿ ਰਹੇ ਹੋ ਵੀ ਮੈਂ ਤੁਹਾਡੇ ਤੇ ਯਕੀਨ ਨਹੀਂ ਕਰ ਸਕਦਾ, ਤੁਸੀਂ ਬਕਾਊ ਹੋ। ਫਿਰ ਅਸੀਂ ਤੁਹਾਡੇ ਤੇ ਕੀ ਯਕੀਨ ਕਰ ਲਈਏ? ਕੋਈ ਸਬੂਤ ਤਾਂ ਦਿਓ ਨਾ ਸਾਨੂੰ। ਵਾਰ-ਵਾਰ ਤੁਸੀਂ ਆਪਦੀਆਂ ਗੱਲਾਂ ਤੋਂ ਮੁੱਕ ਰਹੇ ਹੋ, ਤੁਸੀਂ ਹਰ ਗੱਲ ਤੇ ਕਹਿੰਦੇ ਹੋ ਬਾਈ ਜੀ ਸਿਰ ਜੋੜ ਕੇ ਸੰਵਾਦ ਕਰਨਾ ਪੈਣਾ। ਫਿਰ ਕਿੱਥੇ ਕੀਤਾ ਦੱਸੋ? ਕਿਹੜੀ ਜਥੇਬੰਦੀ ਨੂੰ ਫੋਨ ਕੀਤਾ ਉਹਨਾਂ ਨੇ? ਕੀਤਾ ਕਿਸੇ ਜਥੇਬੰਦੀ ਨੂੰ ਫੋਨ ਵੀ ਸਾਡੇ ਨਾਲ ਤੁਹਾਡੇ ਵਿਚਾਰਕ ਮਤਭੇਦ ਨੇ ਬਾਈ ਜੀ, ਅਸੀਂ ਤੁਹਾਡੀ ਰਣਨੀਤੀ ਤੇ ਨਹੀਂ ਚੱਲਣਾ? ਫਿਰ ਕਿਉਂ ਪੰਜਾਬ ਦੇ ਯੂਥ ਨੂੰ ਅੱਜ ਇੱਕ ਲਹਿਰ ਉੱਠੀ ਹੈ? ਬਾਰ-ਬਾਰ ਮੈਂ ਇਹ ਗੱਲ ਕਹਿਣਾ, ਜਵਾਨੀ ਸੜਕਾਂ ਤੇ ਤਖਤਾ ਪਲਟਣ ਨੂੰ ਤਿਆਰ ਬੈਠੀ ਹੈ ਆਪਣੇ ਹੱਕ ਲੈਣ ਲਈ। ਤੁਸੀਂ ਕਿਉਂ ਕਰਾਹੇ ਪਾ ਰਹੇ ਹੋ? ਤੁਸੀਂ ਬਹੁਤ ਫੇਸਬੁੱਕ ਤੇ ਬੁੱਧੀਜੀਵੀ ਮੈਨੂੰ ਲੱਗੇ ਹੋਏ ਨੇ, ਇਹ ਤਾਂ ਜੀ ਇਹ ਤਾਂ ਵਿਕ ਗਿਆ ਜੀ, ਇਹ ਤਾਂ ਆਰਐਸਐਸ ਦਾ ਬੰਦਾ ਹੈ। ਠੀਕ ਹੈ, ਅਸੀਂ ਤਾਂ ਆਰਐਸਐਸ ਦੇ ਠੀਕ ਹੈ ਯਾਰ, ਅਸੀਂ ਤਾਂ ਬਕਾਊ ਹੈ, ਅਸੀਂ ਤਾਂ ਵਿਕ ਗਏ, ਅਸੀਂ ਤਾਂ ਬਾਦਲਾਂ ਤੋਂ ਵੀ ਪੈਸੇ ਲੈ ਲਏ, ਅਸੀਂ ਤਾਂ ਕੈਪਟਨਾਂ ਤੋਂ ਵੀ ਪੈਸੇ ਲੈ ਲਏ। ਫਿਰ ਤੁਹਾਡੀ ਸ਼ੋਰਟੀ ਤਾਂ ਦੇ ਦਿਓ ਨਾ, ਕੱਲ ਨੂੰ ਤੁਸੀਂ ਨਹੀਂ ਵਿਕੋਗੇ। ਹਰ ਇੱਕ ਬੰਦਾ ਬਕਾਊ ਯਾਰ, ਹਰ ਇੱਕ ਬੰਦੇ ਨੂੰ ਤੁਸੀਂ ਕਹਿ ਦਿੰਦੇ ਹੋ ਸਾਨੂੰ ਇਹਨਾਂ ਤੇ ਯਕੀਨ ਨਹੀਂ, ਸਾਨੂੰ ਇਹਨਾਂ ਤੇ ਯਕੀਨ ਨਹੀਂ, ਇਹ ਬੰਦ ਕਮਰਿਆਂ 'ਚ ਮੀਟਿੰਗਾਂ ਕਰਦੇ ਨੇ। ਅੱਜ ਜੇ ਮੈਂ ਇੱਥੇ ਭੇਦ ਖੋਲ ਦਵਾਂ ਬੰਦ ਕਮਰਿਆਂ ਦੀ ਮੀਟਿੰਗਾਂ ਦਾ, ਟੂ ਅਰਲੀ ਹੈ, ਮੈਂ ਬੋਲਣਾ ਨਹੀਂ ਚਾਹੁੰਦਾ, ਪਰ ਮੈਂ ਬੰਦ ਕਮਰਿਆਂ ਦੀ ਮੀਟਿੰਗ ਦਾ ਭੇਦ ਖੋਲੂੰਗਾ ਤੇ ਸਾਰੇ ਮੀਡੀਆ ਨੂੰ ਬੁਲਾ ਕੇ ਖੋਲੂੰਗਾ ਕਿ 31 ਜਥੇਬੰਦੀਆਂ ਨਾਲ ਜਦੋਂ ਅਸੀਂ ਕਿਸਾਨ ਭਵਨ 'ਚ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਉਸ ਕਮਰੇ 'ਚ ਕੀ ਹੋਇਆ। ਫਿਰ ਮੇਰਾ ਭਰਾ ਕੋਈ ਇੱਥੇ ਮੇਰੇ ਨਾਲ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਜਵਾਬ ਦਊਗਾ? ਅੱਜ ਤੁਸੀਂ ਮਿੰਟ 'ਚ ਭੰਡ ਕੇ ਰੱਖਤਾ ਯਾਰ। ਅਸੀਂ ਕੋਈ ਸਾਡਾ ਸਵਾਰਥ ਹੈ ਇਹਦੇ 'ਚ ਯਾਰ? ਬਾਕੀ ਕਲਾਕਾਰ ਪੋਸਟਾਂ ਪਾਉਂਦੇ ਨੇ, ਅਸੀਂ ਵੀ ਘਰੇ ਬਹਿ ਕੇ ਪੋਸਟਾਂ ਪਾ ਦਾਂਗੇ। ਤੁਸੀਂ 1 ਮਿੰਟ ਨਹੀਂ ਲਾਇਆ ਭੰਡਣ ਲੱਗਿਆ ਨੇ ਯਾਰ। ਤੁਸੀਂ ਕਹਿੰਦਾ ਇਹ ਤਾਂ ਵਿਕ ਗਏ ਜੀ, ਇਹ ਤਾਂ ਸਾਥ ਨਹੀਂ ਦਿੰਦੇ, ਇਹ ਤਾਂ ਲੱਤਾਂ ਖਿੱਚਦੇ ਨੇ। ਲੱਤਾਂ ਅਸੀਂ ਖਿੱਚਦੇ ਆ ਕਿ ਤੁਸੀਂ ਖਿੱਚਦੇ ਹੋ? ਬਦਨਾਮ ਕੀਤਾ ਤੁਸੀਂ ਸਾਡੀ ਇੰਡਸਟਰੀ ਨੂੰ। ਅਸੀਂ ਤੁਹਾਡੇ ਤੇ ਯਕੀਨ ਕਰਕੇ ਤੁਹਾਨੂੰ ਮੂਹਰੇ ਲਾਇਆ ਵੀ ਯਾਰ ਮੂਹਰੇ ਹੋ ਕੇ ਚੱਲੋ, ਅਸੀਂ ਤੁਹਾਡੇ ਪਿੱਛੇ ਚੱਲਾਂਗੇ। ਫਿਰ ਜੇ ਤੁਹਾਨੂੰ ਜਥੇਬੰਦੀਆਂ ਇੰਨੀਆਂ ਬਕਾਊ ਲੱਗਦੀਆਂ ਸੀ, ਉਦੋਂ ਕਿਉਂ ਨਹੀਂ ਬੋਲੇ? ਸੱਚ ਹੈ ਜਿਹੜਾ ਉਹ ਚੁੱਭਦਾ, ਉਦੋਂ ਤੁਸੀਂ ਕਿਉਂ ਨਹੀਂ ਬੋਲੇ ਉਸ ਕਮਰੇ 'ਚ ਵੀ ਬਾਈ ਜੀ ਮੈਨੂੰ ਤੁਹਾਡੇ ਤੇ ਯਕੀਨ ਨਹੀਂ, ਤੁਸੀਂ ਕੱਲ ਨੂੰ ਵਿਕ ਜਾਓਗੇ? ਆਪਦੇ ਘਰੇ ਜਾ ਕੇ ਤੁਸੀਂ ਖੇਤਾਂ 'ਚ ਬਹਿ ਕੇ ਕਹਿਤਾ ਜੀ ਬਾਈ ਜੀ ਮੈਨੂੰ ਤਾਂ ਯਕੀਨ ਨਹੀਂ ਹੈਗਾ, ਕਲਾਕਾਰਾਂ ਨੇ ਮੇਰਾ ਬਾਈਕਾਟ ਕਰਤਾ। ਮੈਂ ਕਹਿੰਦਾ ਗੁਰਦੁਆਰਾ ਇੱਥੇ ਪੰਜਾਬ ਦੀ ਧਰਤੀ ਤੇ ਚਾਰੇ ਪਾਸੇ ਗੁਰੂ ਘਰ ਨੇ, ਮੈਂ ਗੁਰੂ ਘਰ ਵੱਲ ਹੱਥ ਕਰਕੇ ਕਹਿ ਦੇਣਾ ਇਹ ਗੱਲ ਵੀ ਕਿਸੇ ਕਲਾਕਾਰ ਨੇ, ਇੱਕ ਕਲਾਕਾਰ ਖੜਾ ਹੋ ਕੇ ਕਹਿ ਦੇਵੇ ਵੀ ਅਸੀਂ ਕਿਸੇ ਦਾ ਬਾਈਕਾਟ ਕੀਤਾ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਆ ਵੀ ਜਿਹੜਾ ਬੰਦਾ ਪੰਜਾਬ ਲਈ ਦਿਲ 'ਚ ਦਰਦ ਰੱਖਦਾ ਹੈ, ਅਸੀਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ। ਪਰ ਸਾਡਾ ਉਹ ਮੁੱਦਾ ਅੱਜ ਨਹੀਂ ਹੋਣਾ ਚਾਹੀਦਾ। ਅੱਜ ਜੇ ਕੋਈ ਮੁੱਦਾ ਹੋਣਾ ਚਾਹੀਦਾ ਤਾਂ ਕਿਸਾਨੀ ਦਾ ਮੁੱਦਾ ਹੋਣਾ ਚਾਹੀਦਾ। ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਰਣਨੀਤੀ ਬਣਾਓ। ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆ ਵੀ ਇਕੱਠੇ ਹੋ ਕੇ ਚੱਲੀਏ, ਇਕੱਠੇ ਹੋ ਕੇ ਚੱਲੀਏ। ਤੁਸੀਂ ਫਿਰ ਕਿਉਂ ਆਡੋ ਪਾਟੀ ਕਰ ਰਹੇ ਹੋ? ਉਲਟਾ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਬਾਈ ਜੀ ਤੁਸੀਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਤੁਸੀਂ ਅੱਧੇ ਇੱਧਰ ਨੂੰ। ਮੇਰਾ ਕੀ ਆ, ਮੈਂ ਤਾਂ ਮਾਫੀ ਮੰਗ ਕੇ, ਠੀਕ ਆ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਮੇਰੇ ਤੋਂ ਨਿਕਲ ਗਈ ਹੋਵੇ, ਮਾਫੀ ਮੰਗ ਕੇ ਕੱਲ ਤੋਂ ਘਰੇ ਬਹਿ ਜਾਊਂਗਾ ਜਾਂ ਜਿੱਥੇ ਮੇਰੀ ਡਿਊਟੀਆਂ ਲਾਉਣਗੇ। ਅੱਜ ਤੋਂ ਮੈਂ ਕਹਿ ਦਿੰਦਾ ਵੀ ਮੈਂ ਕਿਸੇ ਮੰਚ ਤੇ ਕੋਈ ਨਾ ਮੈਂ ਸਪੀਚ ਕਰੂੰਗਾ, ਨਾ ਮੈਂ ਕਿਸੇ ਦੇ ਮੂਹਰੇ ਹੋ ਕੇ ਲੜੂੰਗਾ। ਜਿੱਥੇ ਮੈਨੂੰ ਕਿਸਾਨ ਜਥੇਬੰਦੀਆਂ ਬੁਲਾਉਣਗੀਆਂ ਮੈਂ ਐਜ਼ ਐਨ ਵਲੰਟੀਅਰ ਮੂਹਰੇ ਹੋ ਕੇ ਲੜੂੰਗਾ। ਪਰ ਤੁਸੀਂ ਆਪ ਦੀ ਸ਼ੌਰਟੀ ਦਿਓ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਜਿਹੜੇ ਜਥੇਬੰਦੀਆਂ ਨੂੰ ਬਕਾਊ ਕਹਿਤਾ, ਆਪ ਦੀ ਗਾਰੰਟੀ ਕੀ ਆ? ਇਹ 40-40 ਸਾਲ ਤੋਂ ਸਾਡੇ ਬਜ਼ੁਰਗ ਸਾਡਾ ਸੰਘਰਸ਼ ਲੜ ਰਹੇ ਨੇ, ਇਹਨਾਂ ਨੇ ਆਪਦੇ ਮੌਰ ਬਣਾ ਲਏ ਖਾ ਕੇ ਡਾਂਗਾ। ਇੱਕ ਤੁਸੀਂ ਕਮੈਂਟ ਕਰ ਦਿੰਦੇ ਹੋ ਫੇਸਬੁੱਕ ਤੇ ਬਾਈ ਜੀ ਜਥੇਬੰਦੀਆਂ ਬਕਾਊ ਨੇ। ਚਲੋ ਹੋਣਗੀਆਂ ਬਕਾਊ, ਫਿਰ ਸਾਰੀਆਂ ਬਕਾਊ ਨੇ ਯਾਰ। ਮੇਰੀ ਗੱਲ ਸੁਣੋ, ਅੱਜ ਇਸ ਲਹਿਰ ਨੇ
ਐਡੀ ਇਕਜੁੱਟਤਾ ਫੜੀ ਹੈ, ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਹੈ। ਕੱਲ ਨੂੰ ਸਾਨੂੰ ਪ੍ਰੈਸ਼ਰ ਇੰਨਾ ਹੈ, ਤੁਹਾਨੂੰ ਪਤਾ ਹੋਵੇ ਕੱਲ ਬੀਜੇਪੀ ਦਾ ਮੰਤਰੀ ਪੰਜਾਬ 'ਚ ਆਇਆ, ਬੀਜੇਪੀ ਦਾ ਬਾਪੂ ਜੀ ਉਹਨਾਂ ਨੂੰ ਪਤਾ ਹੈ, ਹਰਦੀਪ ਪੁਰੀ ਬੀਜੇਪੀ ਦਾ ਸੈਂਟਰ ਮਿਨਿਸਟਰ ਹੈ, ਸਿੱਖ ਫੇਸ ਹੈ, ਉਹਨੂੰ ਪੰਜਾਬ 'ਚ ਭੇਜਿਆ। ਉਹਨੂੰ ਕਿਉਂ ਭੇਜਿਆ? ਕਿਉਂਕਿ ਸਰਕਾਰ ਪ੍ਰੈਸ਼ਰ 'ਚ ਹੈ। ਉਹਨਾਂ ਨੇ ਭੇਜਿਆ ਵੀ ਸਰਦਾਰ ਬੰਦਾ ਭੇਜਿਆ ਵੀ ਤੂੰ ਮਾਹੌਲ ਦੇਖ ਕੇ ਆ ਕੀ ਹੈ, ਕਿਉਂਕਿ ਸਰਦਾਰ ਬੰਦੇ ਤੇ ਕੋਈ ਅਟੈਕ ਨਹੀਂ ਕਰੂਗਾ। ਉਹਨਾਂ ਨੇ ਸਿੱਖ ਚਿਹਰਾ ਭੇਜਿਆ ਵੀ ਤੂੰ ਮਾਹੌਲ ਚੈੱਕ ਕਰਕੇ ਆ। ਤੇ ਜਥੇਬੰਦੀਆਂ ਨੇ, ਸਾਡੇ ਬਜ਼ੁਰਗ ਨੇ ਤਾਂ ਵੀ 14 ਜਥੇਬੰਦੀਆਂ ਸਾਡੇ ਨਾਲ ਹਰਿਆਣੇ ਦੀਆਂ ਚੱਲਣ ਨੂੰ ਤਿਆਰ ਨੇ, 2 ਮੱਧ ਪ੍ਰਦੇਸ਼ ਦੀਆਂ ਨੇ। ਅਗਲੀ ਰਣਨੀਤੀ ਤਾਂ ਅਸੀਂ ਬਣਾਉਣੀ ਸੀ ਨਾ, ਇਕੱਠਿਆਂ ਨੇ ਤੈਅ ਕਰਨੀ ਸੀ। ਆਪਾਂ ਵਾਰ-ਵਾਰ ਕਹਿੰਦੇ ਇੱਕ ਹੋ ਕੇ ਚੱਲੀਏ, ਇੱਕ ਹੋ ਕੇ ਚੱਲੀਏ। ਸਰਕਾਰ ਪ੍ਰੈਸ਼ਰ 'ਚ ਹੈ, ਸਰਕਾਰ ਵਾਰ-ਵਾਰ ਕਹਿ ਰਹੀ ਆ ਵੀ ਸਾਡੇ ਨਾਲ ਗੱਲ ਕਰੋ। ਫਿਰ ਉੱਥੇ ਗੱਲ ਕਰਨੀ ਯਾਰ ਅਸੀਂ ਕਲਾਕਾਰ ਜਾਵਾਂਗੇ, ਉੱਥੇ ਤਾਂ ਇਹੀ ਲੋਕ ਜਾਣਗੇ ਨਾ। ਚਲੋ ਠੀਕ ਹੈ, ਮੈਂ ਮੰਨ ਲਿਆ ਵੀ ਬਹੁਤ ਸ਼ੰਕਾ ਵੀ ਨੇ, ਪਰ ਇਹਨਾਂ ਦੀਆਂ ਨਿੱਜੀਆਂ ਜ਼ਮੀਨਾਂ ਵੀ ਹੈਗੀਆਂ ਨੇ। ਕਿਸੇ ਕੋਲ 15 ਕਿੱਲੇ ਨੇ, ਕਿਸੇ ਕੋਲ 5 ਕਿੱਲੇ ਨੇ, ਕਿਹੜਾ ਛੱਡ ਦੂਗਾ ਯਾਰ? ਅੱਜ ਰੌਲਾ ਕਿਹਦਾ? ਜ਼ਮੀਨਾਂ ਦੀ ਲੜਾਈ ਆ, ਅਸੀਂ ਜ਼ਮੀਨਾਂ ਪਿੱਛੇ ਲੜਦੇ ਫਿਰਦੇ ਆ। ਮੈਂ ਵਾਰ-ਵਾਰ ਕਹਿੰਦਾ ਵੀ ਪਹਿਲਾਂ ਰੌਲਾ ਸੀ ਖੇਤੀ ਦਾ, ਅੱਜ ਰੌਲਾ ਖੇਤਾਂ ਦਾ। ਆ ਬਾਈ ਨੇ ਕਿਹਾ ਵੀ ਅਸੀਂ ਆਪਣੇ ਖੇਤਾਂ ਕਰਕੇ ਆਏ ਆ, ਤੇ ਕਿਹਦਾ ਜੀ ਕਰਦਾ ਛੱਡਣ ਨੂੰ ਯਾਰ ਆਪਣੇ ਖੇਤ? ਫਿਰ ਤੁਸੀਂ ਹਰ ਇੱਕ ਬੰਦੇ ਨੂੰ ਯਾਰ ਇੱਕ ਰੱਸੇ ਨਾਲ ਬੰਨ੍ਹ ਦੇਣਾ। ਦੇਖੋ ਮੈਂ ਹੈਗਾ ਬਾਈ ਜੀ ਜਜ਼ਬਾਤੀ ਟਾਈਪ ਬੰਦਾ, ਬਹੁਤੀਆਂ ਗੱਲਾਂ ਮੇਰੇ ਤੋਂ ਦਿਲ 'ਚ ਨਹੀਂ ਰੱਖੀਆਂ ਜਾਂਦੀਆਂ। ਠੀਕ ਹੈ, ਤੁਹਾਡੀ ਭਾਵਨਾ ਪੰਜਾਬ ਲਈ ਸਹੀ ਹੋਊਗੀ, ਅਸੀਂ ਤੁਹਾਡੀ ਸ਼ੰਕਾ ਤੇ ਕਦੇ ਵੀ ਸ਼ੱਕ ਨਹੀਂ ਕਰਾਂਗੇ। ਤੁਹਾਡੇ ਦਿਲ 'ਚ ਪੰਜਾਬ ਲਈ ਬਹੁਤ ਪਿਆਰ ਹੋਊਗਾ, ਅਸੀਂ ਉਹਦੇ ਤੇ ਕਦੇ ਵੀ ਡਾਊਟ ਨਹੀਂ ਕਰਾਂਗੇ। ਤੁਸੀਂ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਹੋ, ਤੁਸੀਂ ਪੰਜਾਬ ਲਈ ਦਰਦ ਰੱਖਦੇ ਹੋ, ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਆ। ਪਰ ਵਾਰ-ਵਾਰ ਇੱਕੋ ਹੀ ਗੱਲ ਕਹਿੰਦੇ ਆ ਕਿ ਇਹ ਰਾਈਟ ਟਾਈਮ ਨਹੀਂ ਹੈਗਾ ਮੁੱਦੇ ਚੱਕਣ ਦਾ। ਜੇ ਤੁਸੀਂ ਅੱਜ ਬਾਕੀ ਦੇ ਮੁੱਦੇ ਚੱਕਦੇ ਹੋ ਤਾਂ ਅੱਜ ਤੁਸੀਂ ਕਿਸਾਨੀ ਦੇ ਮੁੱਦੇ ਤੋਂ ਲੋਕਾਂ ਨੂੰ ਭਟਕਾ ਰਹੇ ਹੋ ਵੀ ਭਟਕ ਜੋ ਭਾਈ, ਮੈਂ ਤੁਹਾਨੂੰ ਆਹ ਕਰਕੇ ਦਿਵਾਉਂਗਾ, ਮੈਂ ਤੁਹਾਨੂੰ ਆਹ ਕਰਕੇ ਦਿਖਾਉਂਗਾ। ਹੂ ਆਰ ਯੂ? ਤੁਹਾਨੂੰ ਲੀਡਰ ਬਣਾਇਆ ਕਿਹਨੇ ਹੈ? ਤੁਸੀਂ ਇਹ ਕਿਉਂ ਨਹੀਂ ਕਿਸੇ ਮੰਚ ਤੋਂ ਕਹਿੰਦੇ ਕਿ ਆਪਾਂ ਰਲ ਕੇ ਹੱਕ ਲਵਾਂਗੇ, ਆਪਾਂ ਰਲ ਕੇ ਹੱਕ ਲਵਾਂਗੇ? ਤੁਸੀਂ ਇਹ ਕਿਉਂ ਕਹਿੰਦੇ ਹੋ ਕਿ ਬਾਈ ਜੀ ਮੈਨੂੰ RSS ਦਾ ਫੋਨ ਆ ਗਿਆ ਤੇ ਮੇਰਾ ਸਿਰ ਕਲਮ ਕਰ ਦਿਓ ਜੇ ਮੈਂ ਤੁਹਾਡੇ ਨਾਲ ਨਾ ਨਿਭਾਂ? ਤੁਸੀਂ ਦੱਸੋ ਤੁਹਾਡੀ ਕਿਹੜੀ ਜਥੇਬੰਦੀ ਹੈ, ਤੁਹਾਡੀ ਕਿਹੜੀ ਪਾਰਟੀ ਹੈ, ਤੇ ਤੁਸੀਂ ਕਿਹੜੀ ਪਾਰਟੀ ਦੇ ਲੀਡਰ ਹੋ? ਤੇ ਤੁਹਾਨੂੰ ਲੀਡਰ ਬਣਾਇਆ ਕਿਹਨੇ ਹੈ? ਆ ਬਜ਼ੁਰਗ ਏਡੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਨੇ, ਦੱਸੋ ਕਿਹਨੂੰ RSS ਦਾ ਫੋਨ ਆਇਆ? ਇੱਕ ਤੁਸੀਂ ਮੁੱਦੇ ਤੋਂ ਹੀ ਲੋਕਾਂ ਨੂੰ ਭਟਕਾ ਰਹੇ ਹੋ ਯਾਰ। ਅਸੀਂ ਮਰ ਗਏ ਉਦਣ ਦੇ ਕਹਿੰਦੇ ਵੀ ਏਕਾ ਕਰ ਲੋ, ਏਕਾ ਕਰ ਲੋ। ਇਹਨਾਂ ਨੇ ਪਹਿਲ ਕੀਤੀ, ਅਸੀਂ ਸਮਰਥਨ ਦੇਤਾ, ਤੁਸੀਂ ਯਾਰ ਸਾਡਾ ਜਲੂਸ ਕੱਢ ਕੇ ਰੱਖਤਾ ਯਾਰ। 40 ਮੈਂ ਕਹਿੰਦਾ, ਮੈਂ ਪੰਜਾਬ ਦੇ ਉਹਨਾਂ ਲੋਕਾਂ ਦੀ ਸੋਚ ਤੇ ਮੈਨੂੰ ਸ਼ਰਮ ਆਉਂਦੀ ਹੈ। 1 ਮਹੀਨਾ ਪਹਿਲਾਂ ਇੱਕ ਬੰਦਾ ਪੰਜਾਬ 'ਚ ਆਇਆ ਤੇ 30 ਸਾਲ ਤੋਂ 40 ਸਾਲ ਤੋਂ ਜਥੇਬੰਦੀਆਂ ਸਾਡੇ ਖੇਤਾਂ ਦਾ ਸੰਘਰਸ਼ ਲੜ ਰਹੀਆਂ ਨੇ। ਇਹਨਾਂ ਨੂੰ ਤੁਸੀਂ ਬਕਾਊ ਕਹਿਤਾ ਤੇ ਉਹਦੇ ਤੇ ਯਕੀਨ ਹੈ। ਯਕੀਨ ਕਰੋ, ਅਸੀਂ ਵੀ ਕਰਦੇ ਹਾਂ, ਪਰ ਤੁਸੀਂ ਇਹਨਾਂ ਨੂੰ ਬਕਾਊ ਕਿਵੇਂ ਕਹਿ ਸਕਦੇ ਹੋ? ਮੈਂ ਵਾਰ-ਵਾਰ ਪੁੱਛਦਾ। 31 ਚੋਂ 30 ਵਿਕ ਜਾਣਗੀਆਂ, ਇੱਕ ਤਾਂ ਖੜੂਗੀ ਨਾ। ਪੰਜਾਬ 'ਚ ਵੀ ਮੁੜਨਾ ਹੈ, ਰਹਿਣਾ ਇੱਥੇ ਹੈ। ਅੱਜ ਇਹ ਸੰਘਰਸ਼ ਉਸ ਲੈਵਲ ਤੱਕ ਪਹੁੰਚ ਗਿਆ ਕਿ ਪਹਿਲਾਂ ਹੁੰਦੀਆਂ ਸੀ ਗੱਲਾਂ ਬੇਗੀ, ਅੰਦਰ ਜਾ ਕੇ ਜਥੇਦਾਰ ਬਹਿ ਗਏ ਬੇਗੇ। ਜਿਹੜਾ ਬੰਦਾ ਕੋਈ 3-5 ਕਰਕੇ ਮੁੜਿਆ, ਪੰਜਾਬ ਦੇ ਲੋਕ ਉਹਨੂੰ ਕਦੇ ਬਖਸ਼ਣਗੇ ਨਹੀਂ, ਪੁੱਠਾ ਲਟਕਾ ਦੇਣਗੇ, ਪੁੱਠਾ। ਤਖਤਾ ਪਲਟ ਦੂ ਅੱਜ ਜਿਹੜੀ ਸਰਕਾਰ ਜਾ ਕੇ ਬੀਜੇਪੀ ਦੀ ਸਰਕਾਰ ਨਾਲ ਖੜ ਗਈ, ਸੈਂਟਰ ਨਾਲ ਖੜ ਗਈ। ਮੈਂ ਅੱਜ ਲਿਖ ਲਓ, ਆਥਣ ਵੇਲਾ 2 ਵਕਤ ਮਿਲਦੇ ਨੇ। ਜੇ ਕਦੇ ਉਹ ਪੰਜਾਬ 'ਚ ਸਰਕਾਰ ਬਣਾ ਗਈ, ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸੱਤਾ ਦੇਤੀ, ਤੁਸੀਂ ਮੇਰਾ ਨਾਮ ਹਟਾ ਦਿਓ, ਇਹ ਰਿਕਾਰਡਡ ਗੱਲ ਹੈ, ਇਹ ਮੈਂ ਤੁਹਾਨੂੰ ਕਹਿਣਾ ਲਿਖ ਕੇ। ਅੱਜ ਜਿਹੜਾ ਬੰਦਾ ਉਹਨਾਂ ਬਿੱਲਾਂ ਦੇ ਹੱਕ 'ਚ ਖੜ ਗਿਆ, ਪੰਜਾਬੀ ਕਦੇ ਮਾਫ ਨਹੀਂ ਕਰਨਗੇ ਉਹਨਾਂ ਨੂੰ, ਇਤਿਹਾਸ ਕਦੇ ਮਾਫ ਨਹੀਂ ਕਰੂਗਾ। ਫਿਰ ਲੜਾਈ ਜਦ ਕਿਸਾਨ ਜਥੇਬੰਦੀਆਂ ਦੀ ਹੈ। ਜਦੋਂ ਅਸੀਂ ਸਰਕਾਰਾਂ ਨੂੰ ਕਹਿੰਦੇ ਹੋ ਕਿ ਤੁਸੀਂ ਸਰਕਾਰਾਂ ਨੂੰ ਇਹ ਗੱਲ ਕਹਿੰਦੇ ਹੋ ਤੁਸੀਂ ਆਪਦੇ ਝੰਡੇ ਛੱਡ ਕੇ ਅੱਜ ਕਿਸਾਨੀ ਦੇ ਝੰਡੇ ਥੱਲੇ ਆਓ, ਫਿਰ ਤੁਹਾਨੂੰ ਕਿਸਾਨ ਜਥੇਬੰਦੀਆਂ ਤੋਂ ਪ੍ਰੋਬਲਮ ਕੀ ਹੈ? ਗੱਲ ਸੋਚੋ ਤਾਂ ਸਹੀ ਨਾ। ਤੁਸੀਂ ਇੱਕ ਕਮੈਂਟ ਕਰ ਦਿੰਦੇ ਹੋ, ਆਹ ਤਾਂ ਜੀ ਕਾਂਗਰਸ ਦਾ, ਆਹ ਤਾਂ ਜੀ ਕਾਲੀਆਂ ਦਾ, ਆਹ ਤਾਂ ਜੀ ਉਹਦੀ ਬੋਲੀ ਬੋਲਦਾ। ਕੀ ਲੋੜ ਹੈ ਭਾਈ ਜੀ? ਕਲਾਕਾਰ ਹੈ, 30 ਦਿਨ ਹੁੰਦੇ ਨੇ ਮਹੀਨੇ 'ਚ ਤੇ 25 ਖਾੜੇ ਹੁੰਦੇ ਨੇ, ਸਾਰੇ ਜਾਣਦੇ ਨੇ ਨੌਜਵਾਨ ਵੀਰ। ਆਪ ਦਾ ਚੰਗਾ ਭਲਾ ਕੰਮ ਕਰ ਛੱਡ ਕੇ ਕਿਉਂ ਅਸੀਂ ਇਸ ਭੇੜ 'ਚ ਆਵਾਂਗੇ? ਜੇ ਅੱਜ ਸਾਡੇ ਦਿਲ 'ਚ ਦਰਦ ਹੈ, ਅੱਜ ਅਸੀਂ ਇਸ ਘੋਲ 'ਚ ਨਿਕਲੇ ਆਏ, ਕਿਉਂ ਨਿਕਲੇ ਆ? ਨਿੱਜੀ ਫਰਜ਼ ਹੈ ਆਪਣੇ ਖੇਤਾਂ ਕਰਕੇ। ਪੰਜਾਬ ਦੇ ਲੋਕਾਂ ਦਾ ਮੁੱਲ ਮੋੜਨਾ, ਪੰਜਾਬ ਦੇ ਉਹਨਾਂ ਖੇਤਾਂ ਦਾ ਮੁੱਲ ਮੋੜਨਾ ਜਿਨ੍ਹਾਂ ਨੇ ਸਾਨੂੰ ਇੱਥੇ ਸਿਰਾਂ ਤੇ ਬਿਠਾਇਆ। ਤੇ
ਤੁਸੀਂ ਆ ਕੇ ਅਸੀਂ ਤੁਹਾਡੇ ਤੇ ਮਾਣ ਕੀਤਾ, ਤੁਹਾਨੂੰ ਲੀਡਰ ਬਣਾ ਕੇ ਮੂਹਰੇ ਤੋਰਿਆ ਤੇ ਤੁਸੀਂ ਜਾ ਕੇ ਸਮਝੌਤਾ ਕੀਤਾ ਵੀ ਹਾਂਜੀ ਸਮਰਥਨ ਹੈ। 2 ਦਿਨਾਂ ਬਾਅਦ ਆ ਕੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਤਾ। ਉਹ ਇਹ ਜੇ ਬੁੱਧੀਜੀਵੀ ਲੋਕ ਨੇ ਫੇਸਬੁੱਕ ਤੇ ਜਿਹੜੇ ਕਹਿੰਦੇ ਨੇ ਜੀ ਇਹ ਤਾਂ ਐ ਹੋ ਗਿਆ ਜੀ, ਇਹ ਤਾਂ ਆ ਹੋ ਗਿਆ ਜੀ, ਇਹ ਤਾਂ ਵਾਹ ਹੋ ਗਿਆ। ਇਹ ਤਾਂ ਕੋਈ ਗੱਲ ਨਹੀਂ ਬਣੀ ਯਾਰ। ਤੁਸੀਂ ਲਿਖਣ ਲੱਗੇ, ਕਮੈਂਟ ਕਰਨ ਲੱਗੇ, ਕੁਛ ਤਾਂ ਸੋਚੋ ਯਾਰ। ਚਲੋ ਕਮੈਂਟਾਂ ਵਾਲਿਆਂ ਨਾਲ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਵੀਰਾਂ ਨੇ ਗਰਾਊਂਡ ਤੇ ਨਹੀਂ ਆਉਣਾ, ਉਹਨਾਂ ਨੇ ਉੱਥੇ ਹੀ ਰਹਿਣਾ। ਪਰ ਪੰਜਾਬੀਓ, ਜੇ ਤੁਸੀਂ ਅੱਜ ਪਰਖ ਨਾ ਕੀਤੀ ਨਾ ਤਾਂ ਮੈਨੂੰ ਯਾਰ ਇਹ ਗੱਲ ਬੜੀ ਸ਼ਰਮ ਨਾਲ ਕਹਿਣੀ ਪੈਣੀ ਹੈ ਵੀ ਮੁੜ ਕੇ ਫਿਰ ਆਪਣੇ ਹੱਥ ਪੱਲੇ ਕੁਝ ਨਹੀਂ ਲੱਗਣਾ। ਵਾਰ-ਵਾਰ ਮੈਂ ਕਹਿਣਾ ਹੈ ਕਿ ਸਾਡੀ ਉਸ ਵੀਰ ਨਾਲ ਕੋਈ ਵੀ ਨਿੱਜੀ ਰੰਜਿਸ਼ ਨਹੀਂ, ਨਾ ਕੋਈ ਨਿੱਜੀ ਪ੍ਰੋਬਲਮ ਹੈ। ਟਿੱਚਾ ਸਾਰਿਆਂ ਦਾ ਇੱਕ ਹੈ। ਪਰ ਜੇ ਟਿੱਚਾ ਸਾਰਿਆਂ ਦਾ ਇੱਕ ਹੈ ਤਾਂ 8 ਥਾਵੇਂ ਥੋੜੀ ਚੱਲਾਂਗੇ ਵੀ ਇੱਕ ਮੋਗੇ ਤੋਂ ਚੱਲ ਪਿਆ, ਇੱਕ ਚੰਡੀਗੜ੍ਹ ਤੋਂ ਚੱਲ ਪਿਆ, ਇੱਕ ਇਧਰੋਂ ਬਰਨਾਲੇ ਤੋਂ ਚੱਲ ਪਿਆ। ਅਸੀਂ ਤਾਂ ਯਾਰ ਏਕੇ ਦਾ ਸੰਕੇਤ ਦਿੰਦੇ ਮਰ ਗਏ ਵੀ ਇੱਕ ਹੋ ਜਾਓ, ਇੱਕ ਹੋ ਜਾਓ। ਤੁਸੀਂ ਫਿਰ ਗੱਲ ਇਹ ਹੈ, ਤੁਸੀਂ ਸਾਡੇ ਕੀ ਹੱਲ ਕਰਾਓਗੇ? ਤੁਸੀਂ ਤਾਂ ਆਪਦੀ ਗੱਲ ਤੇ ਨਹੀਂ ਆਉਂਦੇ। ਤੁਸੀਂ ਕਹਿੰਦੇ ਹੋ ਬਾਈ ਜੀ ਜੇ ਕੋਈ ਪ੍ਰੋਬਲਮ ਹੈ ਸਿਰ ਜੋੜ ਕੇ ਸੰਵਾਦ ਕਰੋ। ਤੁਹਾਨੂੰ ਕੋਈ ਪ੍ਰੋਬਲਮ ਸੀ ਜਥੇਬੰਦੀਆਂ ਨਾਲ, ਤੁਸੀਂ ਗੱਲ ਕਰ ਲੈਂਦੇ ਯਾਰ। ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ, ਸਾਡੇ ਵੀ ਭਰਾ ਸੀ ਨਾ, ਸਾਰੀ ਇੰਡਸਟਰੀ ਸੀ, ਤੁਸੀਂ ਉਹਨਾਂ ਨਾਲ ਗੱਲ ਕਰ ਲੈਂਦੇ ਵੀ ਯਾਰ ਆਹ ਪ੍ਰੋਬਲਮ ਲੱਗਦੀ ਹੈ, ਕਿਤੇ ਅੱਗੇ ਜਾ ਕੇ ਸੰਘਰਸ਼ ਨੂੰ ਢਾਹ ਨਾ ਲੱਗ ਜਵੇ ਸਾਡਾ। ਮੈਂ ਕਹਿੰਦਾ ਮੈਂ ਮੂਹਰੇ ਹੋ ਕੇ ਕਹਿੰਦਾ ਵੀ ਹਾਂ ਬਾਈ ਅਸੀਂ ਭਰਾ ਨੂੰ ਮੂਹਰੇ ਕੀਤਾ ਯਾਰ, ਪੜ੍ਹਿਆ ਲਿਖਿਆ ਇੰਟੈਲੀਜੈਂਟ ਪਰਸਨ ਹੈ, ਆਹ ਗੱਲ ਇਹਦੀ ਜਾਇਜ਼ ਹੈ, ਦੱਸੋ ਇਹਦਾ ਕੀ ਹੱਲ ਹੋ ਸਕਦਾ ਹੈ। ਤੁਸੀਂ ਯਾਰ ਪੁੱਛਿਆ ਹੀ ਕੁਛ ਨਹੀਂ, ਤੁਸੀਂ ਦੱਸਿਆ ਹੀ ਕੁਛ ਨਹੀਂ। ਫਿਰ ਤੁਸੀਂ ਦੇਖੋ ਰਣਨੀਤੀ ਕੀ ਬਣਾਈ। 7 ਤਰੀਕ ਤੱਕ ਸਾਡਾ ਸਮਰਥਨ ਸੀ, ਤੁਸੀਂ ਉਹਦੇ ਵਿੱਚ ਲੋਕਾਂ ਨੂੰ ਗੁੰਮਰਾਹ ਕੀਤਾ ਵੀ 4 ਤਰੀਕ ਨੂੰ ਸ਼ੰਭੂ ਆਊ। ਤਾਂ ਬਾਈ ਜੀ ਪਛਾਣਨਾ ਤੁਸੀਂ ਆ, ਰਹਿਣਾ ਤੇ ਤੁਸੀਂ ਆ, ਖੇਤ ਤੁਹਾਡੇ ਨੇ, ਕਿਸੇ ਦਾ ਕੁਝ ਨਹੀਂ ਜਾਂਦਾ। ਇਹ ਲੋਕ ਨੇ, ਇਹਨਾਂ ਨੂੰ ਗੁਰਦੁਆਰੇ ਲੈ ਜਾਓ, ਜਥੇਬੰਦੀਆਂ ਵਾਲਿਆਂ ਨੂੰ ਗੁਰਦੁਆਰੇ ਚੜਾ ਲਓ ਤੇ ਨਾਲ ਚੜਾ ਲਓ ਸਾਨੂੰ। ਸਹੁੰ ਚੁਕਾ ਲਓ ਵੀ ਜਿਹੜਾ ਵਿਕ ਕੇ ਜਾਂ ਸਰਕਾਰਾਂ ਨਾਲ ਰਲੇ ਤਾਂ ਉਹਦੀ ਮੈਂ ਕਹਿੰਦਾ ਯਾਰ ਉਹਦੀਆਂ ਕੁੱਲਾਂ ਨਾ ਬਚਣ। ਹੁਣ ਇਹ ਤੋਂ ਉੱਤੇ ਹੋਰ ਕੀ ਕਰਦੀ ਹੈ? ਪਰ ਹਰ ਇੱਕ ਬੰਦੇ ਨੂੰ ਇੱਕ ਰੱਸੇ ਨਾਲ ਬੰਨਣਾ ਛੱਡ ਦਿਓ ਵੀਰੋ। ਆ ਜਿਹੜੇ ਆਡੋ ਪਾਟੀ ਭੇੜ ਹੋ ਗਏ, ਇਹ ਸਾਡੇ ਸੰਘਰਸ਼ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿੱਥੇ ਅੱਜ ਸਾਰਾ ਪੰਜਾਬ ਇੱਕ ਹੋ ਕੇ ਚੱਲ ਰਿਹਾ, ਉੱਥੇ ਕੁਝ ਕੁ ਨੌਜਵਾਨਾਂ ਨੂੰ ਜਥੇਬੰਦੀਆਂ ਇਦਾਂ ਦੀਆਂ ਬਣਾ ਕੇ ਗੁੰਮਰਾਹ ਕੀਤਾ ਜਾ ਰਿਹਾ ਵੀ ਤੁਸੀਂ ਸਾਡੇ ਧਰਨੇ 'ਚ ਪਹੁੰਚੋ, ਅਸੀਂ ਦਿੱਲੀ ਲੈ ਜਾਾਂਗੇ। ਆਹ ਬਜ਼ੁਰਗ ਬੈਠੇ ਨੇ, ਦਿੱਲੀ ਕਿੰਨੀ ਕੁ ਦੂਰ ਹੈ ਇਹਨਾਂ ਵਾਸਤੇ ਜਾਂ ਸਾਡੇ ਵਾਸਤੇ ਕਿੰਨੀ ਕੁ ਦੂਰ ਹੈ? ਦਿੱਲੀ ਜਾਵਾਂਗੇ ਕਿਵੇਂ, ਪਹਿਲਾਂ ਇਹ ਤਾਂ ਦੱਸੋ। ਸਰਕਾਰਾਂ ਦਾ ਸਾਡਾ ਸਾਥ ਨਹੀਂ ਦੇ ਰਹੀਆਂ, ਉਹਨਾਂ ਨੇ ਤਾਂ ਆਪਦਾ ਵੋਟਾਂ ਵਾਲਾ ਸਿਸਟਮ ਕਰਨਾ, ਉਹ ਤਾਂ ਕਰ ਹੀ ਲੈਣਾ ਜੀ, ਉਹ ਤਾਂ ਤੁਹਾਨੂੰ ਸਭ ਨੂੰ ਵੀ ਪਤਾ ਹੈ। ਪਰ ਜੇ ਨੌਜਵਾਨੀ ਇੱਕ ਮੰਚ ਤੇ ਆਈ ਹੈ ਤਾਂ ਉਹਨੂੰ ਕਮ ਸੇ ਕਮ ਲਾਮਬੰਦ ਤਾਂ ਕਰੀਏ ਨਾ। ਅਸੀਂ ਵਾਰ-ਵਾਰ ਕਹਿੰਦੇ ਆ, ਅਸੀਂ ਤਾਂ ਆਪਦਿਆਂ ਸਟੇਜਾਂ ਤੇ ਜਥੇਬੰਦੀਆਂ ਦੇ ਮੈਂਬਰ ਲੈ ਕੇ ਜਾਂਦੇ ਆ। ਦੱਲੇਵਾਲ ਸਾਹਿਬ ਸਾਡੇ ਨਾਲ ਉਹਦੇ ਗੋਨੇਆਣੇ ਗਏ ਸੀ ਵੀ ਬਾਈ ਜੀ ਤੁਸੀਂ ਸਪੀਚ ਕਰੋ, ਤੁਸੀਂ ਨੌਜਵਾਨਾਂ ਨੂੰ ਬਰੀਫਲੀ ਦੱਸੋਗੇ ਸਾਰਾ ਕੁਝ। ਸਾਨੂੰ ਨਹੀਂ ਨੌਲੇਜ ਹੈਗੀ ਯਾਰ ਇਹਨਾਂ ਚੀਜ਼ਾਂ ਦੀ। ਸਾਡਾ ਇਹ ਮੁੱਦਾ ਹੱਲ ਹੋ ਜਾਵੇ, ਅਸੀਂ ਆਪਦੇ ਕੰਮੀ ਕਾਰੀ ਲੱਗ ਜਾਾਂਗੇ। ਪੰਜਾਬ ਦਾ ਤੁਹਾਨੂੰ ਫਿਕਰ ਹੈ ਤਾਂ ਤੁਸੀਂ ਪੰਜਾਬ ਦੇ ਹੋਰ ਮੁੱਦੇ ਚੱਕੋ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਤੁਸੀਂ ਪੰਜਾਬ ਦੇ ਮੁੱਦੇ ਚੱਕਦੇ ਹੋ, ਤੁਸੀਂ ਪੰਜਾਬ ਲਈ ਹਾਂ ਦਾ ਨਾਰਾ ਮਾਰਦੇ ਹੋ। ਪਰ ਉਹ ਟਾਈਮ ਅੱਜ ਨਹੀਂ। ਮੈਂ ਵਾਰ-ਵਾਰ ਕਹਿਣਾ, ਜੇ ਅੱਜ ਕੋਈ ਮੁੱਦਾ ਚੱਕਣ ਵਾਲਾ ਹੈ ਤਾਂ ਉਹ ਇੱਕੋ ਹੀ ਹੈ, ਕਿਸਾਨੀ ਦਾ ਤੇ ਇਹਨਾਂ ਬਿੱਲਾਂ ਦਾ ਬਾਈਕਾਟ। ਤੇ ਜਦੋਂ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਇਹ ਕਰਵਾ ਕੇ ਰਹਾਂਗੇ, ਚਾਹੇ ਵਲੰਟੀਅਰ ਦੇ ਰੂਪ 'ਚ ਪਿੱਛੇ ਖੜ ਜਾਈਏ, ਚਾਹੇ ਇੱਥੇ ਖੜ ਜਾਈਏ, ਸੱਚ ਹੀ ਬੋਲਾਂਗੇ। ਤੇ ਸਾਡਾ ਇਹ ਕੋਈ ਮੋਟਿਵ ਨਹੀਂ ਕਿ ਅਸੀਂ ਕੱਲ ਨੂੰ ਸਿਆਸਤਾਂ ਕਰਨੀਆਂ ਨੇ। ਹਾਂਜੀ ਦੱਸੋ। ਆਪਾਂ ਇੱਥੇ ਇਕੱਠੇ ਹੋ ਗਏ ਹੁਣ, ਜਿਵੇਂ ਉਹ ਬਾਈ ਉੱਥੇ ਇਕੱਠੇ ਹੋ ਗਏ, ਢਿੱਲ ਉਹਨਾਂ ਦੀ ਵੀ ਪੈ ਗਈ, ਢਿੱਲ ਆਪਣੀ ਵੀ ਪੈ ਗਈ ਜੀ। ਉੱਥੇ ਉਹ ਭੁੱਲ ਗਿਆ, ਉਹੀ ਬਾਤ ਹੈ। ਕੋਈ ਚੱਕਰ ਨਹੀਂ, ਅਸੀਂ ਕਿਹੜਾ ਬਗਾਨੇ, ਅਸੀਂ ਵੀ ਕਿਸਾਨ ਹਾਂ ਜੀ। ਸਟੇਜ ਕੀ ਦੇਖੋ ਇਹ ਨੌਜਵਾਨ ਨੇ, ਨਾਲ ਆਪਾਂ ਉਹ ਨਹੀਂ ਕਹਿੰਦੇ ਜੀ। ਕੋਈ ਨਹੀਂ ਬਾਪੂ ਜੀ, ਇਹ ਆਪਣੇ ਭਰਾ ਨੇ। ਆ ਜਾ ਪਿੱਛੇ ਕਰਨ ਵਾਲੇ ਤਾਂ ਗੱਲੇ ਨਹੀਂ। ਦੇਖੋ ਹੁਣ ਇਹ ਵੀਰ ਨੇ ਕੀ ਗੱਲ ਕਹੀ ਹੈ ਕਿ ਕੰਮ ਢਿੱਲਾ ਉਧਰ ਵੀ ਪੈ ਗਿਆ ਤੇ ਕੰਮ ਢਿੱਲਾ ਇੱਧਰ ਵੀ ਪੈ ਗਿਆ। ਜੇ ਆਪਾਂ ਇੱਕ ਹੁੰਦੇ ਕੀ ਕੰਮ ਢਿੱਲਾ ਪੈ ਜਾਂਦਾ? ਨਹੀਂ ਪੈਂਦਾ। ਅੱਛਾ ਬਾਈ ਵੀਰੇ ਤੁਸੀਂ ਦੱਸੋ ਵੀ ਕਿਸਾਨ ਜਥੇਬੰਦੀਆਂ ਤੁਹਾਨੂੰ ਬਕਾਊ ਲੱਗਦੀਆਂ ਨੇ? ਬਕਾਊ ਹੈਗੀਆਂ ਨਹੀਂ ਜੀ, ਕੌਣ ਖਰੀਦ ਸਕਦਾ ਹੈ ਕਿਸਾਨਾਂ ਨੂੰ? ਦੱਸੋ। ਕੋਈ ਕਿਸੇ ਦੀ ਹਿੰਮਤ ਹੈਗੀ ਹੈ? ਫਿਰ ਕਿਉਂ ਹਰ ਇੱਕ ਮੰਚ ਤੋਂ ਇਹ ਗੱਲ ਕਹਿ ਦਿੱਤੀ ਜਾਂਦੀ ਹੈ? ਅਸੀਂ ਸਿਰਫ ਇਹ ਪੁੱਛ ਰਹੇ ਹਾਂ ਇਹ ਪੰਜਾਬ ਦਾ ਉਹ ਯੂਥ ਹੈ ਜਿਹੜਾ ਅਵੇਅਰ ਹੈ, ਨੌਜਵਾਨੀ ਹੈ, ਇਹ ਆਪਦੇ ਹੱਕ ਮੰਗਦੀ ਹੈ। ਸਾਨੂੰ ਕੱਲਿਆਂ ਨੂੰ ਇੱਥੇ ਮਾਈਕਾਂ ਤੇ ਬੋਲਣ ਦਾ ਹੱਕ ਨਹੀਂ ਹੈਗਾ।
ਇਹ ਵੀ ਵੀਰ ਨੇ, ਇਹ ਵੀ ਆਪਦਾ ਕੰਮ ਕਰ ਛੱਡ ਕੇ ਆਉਂਦੇ ਨੇ ਜਿਹੜੇ ਦਰਦ ਰੱਖਦੇ ਨੇ। ਇਵੇਂ ਦਾ ਚਾਹੇ ਆਪਾਂ ਯਾਰ 5 ਸਾਲ ਦਾ ਇੱਕ ਮਿੰਟ ਬਾਈ ਜੇ ਮਾਈਕ ਬੰਦ ਕਰਨਾ ਕਰ ਦੋ ਦੱਸੋ ਕੋਈ ਗੱਲ ਨਹੀਂ। ਐਦਾਂ ਨਹੀਂ ਭਾਈ ਅਸਾਂ ਪਤਾ ਕੀ ਇਹ ਕੋਈ ਨਹੀਂ ਅਸੀਂ ਤਾਂ ਤੁਹਾਡੇ ਨਾਲ ਇਹ ਵੀ ਤੁਸੀਂ ਕਿਸੇ ਤਰ੍ਹਾਂ ਦੱਸ ਰਹੇ ਹੋ ਫਿਰ ਆਪਾਂ ਚੱਲ ਹੋਰ ਕਰਦੇ ਮਾਂ ਬਾਈ ਅੱਛਾ ਮੇਰੀ ਹਾਂ ਠੀਕ ਆ, ਮੈਂ ਬਾਈ ਉਹਨਾਂ ਦੀ ਗੱਲ ਸਮਝ ਗਿਆ ਠੀਕ ਹੈ ਬਾਈ ਜੀ। ਦੇਖੋ ਠੀਕ ਹੈ, ਇੱਕ ਮਿੰਟ ਬਾਈ, ਇੱਕ ਮਿੰਟ ਮੇਰਾ ਭਰਾ, ਅਸੀਂ ਪਹਿਲੇ ਦਿਨ ਤੋਂ ਇੱਕੇ ਦਾ ਸੰਕੇਤ ਦੇ ਰਹੇ ਸੀ, ਅਸੀਂ ਅੱਜ ਵੀ ਨੀਵੇਂ ਹੋ ਜਾਂਦੇ ਆ। ਅਸੀਂ ਅੱਜ ਵੀ ਉਸ ਵੀਰ ਨੂੰ ਕਹਿੰਦੇ ਆ ਕਿ ਅਸੀਂ ਭਰਾਵਾ ਆ ਤੇਰੇ ਨਾਲ ਹੱਥ ਬੰਨੇ ਕਿ ਇਸ ਮੋਰਚੇ ਨੂੰ ਅਸੀਂ ਢਾਹ ਨਹੀਂ ਲੱਗਣ ਦੇਣੀ, ਅਸੀਂ ਤੇਰੇ ਨਾਲ ਬਹਿਣ ਨੂੰ ਤਿਆਰ ਆ, ਅਸੀਂ ਤੇਰੇ ਨਾਲ ਸੰਵਾਦ ਕਰਨ ਨੂੰ ਤਿਆਰ ਆ। ਤੂੰ ਵੱਡਾ ਅਸੀਂ ਛੋਟੇ, ਤੂੰ ਭਰਾਵਾ ਆਪ ਦੇ ਵਿਚਾਰ ਦੱਸ ਵੀ ਤੈਨੂੰ ਕਿਹੜੀ ਜਥੇਬੰਦੀਆਂ ਬਕਾਊ ਲੱਗਦੀਆਂ ਨੇ ਤੇ ਤੈਨੂੰ ਕਿਹਨਾਂ ਤੋਂ ਡਰ ਲੱਗਦਾ। ਅਸੀਂ ਉਹਨਾਂ ਚੀਜ਼ਾਂ ਤੇ ਚਰਚਾ ਕਰਾਂਗੇ, ਅਸੀਂ ਉਹਨਾਂ ਗੱਲਾਂ ਤੇ ਗੌਰ ਕਰਾਂਗੇ, ਪਰ ਅਸੀਂ ਗੱਲ ਕਰਨ ਲਈ ਤਿਆਰ ਹਾਂ। ਤੁਸੀਂ ਉਹਨਾਂ ਨੂੰ ਪੁੱਛ ਲਿਓ ਵੀ ਉਹ ਸਾਡੇ ਮੋਢੇ ਨਾਲ ਮੋਢਾ ਲਾਉਣ ਨੂੰ ਤਿਆਰ ਨੇ, ਪਰ ਇੱਥੇ ਕੰਡੀਸ਼ਨ ਫੇਰ ਇੱਕ ਆ ਜੂਗੀ, ਜੇ ਕੋਈ ਮੁੱਦਾ ਹੋਊਗਾ ਤਾਂ ਉਹ ਕਿਸਾਨੀ ਦਾ ਹੋਊਗਾ, ਹੋਰ ਕੋਈ ਮੁੱਦਾ ਨਹੀਂ ਹੋਊਗਾ। ਤੁਹਾਡੇ ਦਿਲ 'ਚ ਪੰਜਾਬ ਲਈ ਬਹੁਤ ਦਰਦ ਹੈ, ਉਹ ਕਿਸਾਨੀ ਦਾ ਮੁੱਦਾ ਹੱਲ ਕਰਾ ਦਿਓ, ਉਹ ਕਿਸਾਨੀ ਦਾ ਮੁੱਦਾ ਹੱਲ ਕਰਾ ਦਿਓ। ਪੰਜਾਬ ਦੇ ਲੋਕ ਸੱਤਾ ਤੁਹਾਨੂੰ ਥਾਲ 'ਚ ਪਾ ਕੇ ਦੇ ਦੇਣਗੇ, ਪੰਜਾਬ ਦੇ ਲੋਕ ਕਹਿਣਗੇ ਤੁਸੀਂ ਸਾਡੇ ਹੀਰੋ ਹੋ, ਤੁਸੀਂ ਇਹ ਸਾਡਾ ਮਸਲਾ ਹੱਲ ਕਰਾਇਆ। ਮੁੜ ਕੇ 25 ਸਾਲ ਨਹੀਂ ਤੁਸੀਂ ਪੰਜਾਬ 'ਚੋਂ ਜਾਂਦੇ, ਪਰ ਗੱਲ ਇਹ ਆ ਮੁੱਦਾ ਅੱਜ ਸਾਡਾ ਹੱਲ ਕਰਾਓ। ਸਾਨੂੰ ਕੱਲ ਦਾ ਨਹੀਂ ਪਤਾ, ਸਾਨੂੰ 4 ਮੁੱਦਿਆਂ ਦਾ ਨਹੀਂ ਪਤਾ, ਸਾਡੇ ਲਈ ਇੱਕੋ ਇੱਕ ਮੁੱਦਾ ਇਹਨਾਂ ਬਿੱਲਾਂ ਦਾ ਬਾਈਕਾਟ ਕਰਨਾ। ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਬਿਲਕੁਲ ਤਿਆਰ ਹਾਂ। ਤੁਸੀਂ ਵੱਡੇ ਹੋ, ਸਾਡੇ ਤੋਂ ਵਿਚਾਰਾਂ 'ਚ ਵੀ ਵੱਡੇ ਹੋ, ਸਾਡੇ ਚੋਂ ਸੋਝੀ 'ਚ ਵੀ ਵੱਡੇ ਹੋ, ਗਿਆਨ 'ਚ ਵੀ ਵੱਡੇ ਹੋ। ਅਸੀਂ ਬੇਮੱਤੇ ਹਾਂ, ਅਸੀਂ ਛੋਟੇ ਹਾਂ, ਪਰ ਅਸੀਂ ਤਿਆਰ ਹਾਂ ਤੁਹਾਡੇ ਨਾਲ ਗੱਲ ਨੂੰ। ਤੁਹਾਡੇ ਜਿਹੜੇ ਵੀ ਵਿਚਾਰ ਤੁਹਾਨੂੰ ਲੱਗਦਾ ਵੀ ਹਾਂ ਯਾਰ ਅਸੀਂ ਗੱਲਬਾਤ ਕਰਨੀ ਆ ਜਾਂ ਤੁਹਾਡੇ ਸ਼ੰਕੇ ਨੇ, ਅਸੀਂ ਉਹ ਬਿਲਕੁਲ ਕਲੀਅਰ ਕਰਨ ਨੂੰ ਤਿਆਰ ਹਾਂ। ਤੁਸੀਂ ਦੱਸੋ ਕਿੱਥੇ ਬਹਿਣਾ, ਅਸੀਂ ਉੱਥੇ ਬਹਿਣ ਨੂੰ ਤਿਆਰ ਹਾਂ। ਪਰ ਮੈਂ ਰਿਕੁਐਸਟ ਕਰਦਾ ਕਿ ਪੰਜਾਬ ਬਹੁਤ ਚਿਰਾਂ ਬਾਅਦ ਇਕਜੁੱਟ ਹੋ ਕੇ ਚੱਲਿਆ, ਇਹਨੂੰ ਢਾਹ ਨਾ ਲਾਓ, ਇਹਨੂੰ ਅੱਡ ਹੋ ਕੇ ਨਾ ਤੁਰਨ ਦਿਓ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਦੀਪ ਸਿੱਧੂ ਬਾਰੇ ਅਤੇ ਜਸ ਬਾਜਵਾ ਬਾਰੇ, ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ। ਅਤੇ ਪੰਜਾਬੀ 뮤직 ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਵੀ ਕਲਿੱਕ ਕਰ ਲਓ, ਤੇ ਨਾਲ ਦੀ ਨਾਲ ਇਸ ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਣਾ। ਚਮਤਕਾਰ ਹੁੰਦੇ ਨੇ, ਵੇਖੋ ਆਪਣੀ ਅੱਖਾਂ ਸਾਹਮਣੇ। 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ, 7 ਇਲਮਾਂ ਦੇ ਮਾਹਿਰ। Mir Rafiq Khan. ਮੋਬਾਈਲ ਨੰਬਰ +91 95 92 13 3172। ਮੇਰੇ ਕਿਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮਨ ਚਾਹ ਪਿਆਰ, ਪਤੀ ਪਤਨੀ 'ਚ ਅਣਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ 'ਚ ਦਵਾ ਦਾ ਨਾ ਲੱਗਣਾ। ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੋ ਉਸ ਨੂੰ ਆਪਣੇ ਵਸ਼ ਵਿੱਚ ਕਰੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਚ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੋਤਨ ਦੁਸ਼ਮਣ ਨੂੰ ਆਪਣੀ ਅੱਖਾਂ ਸਾਹਮਣੇ ਤੜਫਦਾ ਦੇਖੋ। ਅੱਜ ਹੀ ਫੋਨ ਕਰੋ ਤੇ ਸਮਾਧਾਨ ਪਾਓ। Mir Rafiq Khan. ਮੋਬਾਈਲ ਨੰਬਰ +91 95 92 13 3172।